वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करदे हां। जुगो जुग अटल छतर चबर तखत दे मालिक धन धन श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां एकागर करो। रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है सतगुरु जगत जलंदे का उद्धार करदियां ब्रह्मपुर तो अगे चले ने। ये भी एक टापू है जिथे पहाड़ ही पहाड़ ने। एक पहाड़ी दे थले रमणीक थां वेख के सतगुरां ने आसन ला लिया। 3 दिन हो गए सन चलदियां चलदियां। भाई मरदाना जी ने पूछया बाबा कि इत्थे कोई नगरी भी है? इत्थे कोई लोक भी रहिंदे ने? कोई मनुख नज़र नहीं आ रहा? सतगुरु पिता महाराज कहन लगे हाँ मरदानिया, इत्थे नगरी भी है, इत्थे लोक भी रहिंदे ने। श्री गुर कहें सुनो मरदाना, ए पुर कौडे केर समाना। पर मरदानिया एक गल चेते रखी, ये जिहड़ी नगरी है ये कौडे राक्षस देश वर्गी है। तपत कराहे मैं जिन पायो, श्री करतारे तोहे बचायो। अब पुन जावो नगर मझारी, श्री प्रभ करे तोर रखवारी। वेख मरदानिया उथे तेरी रब ने राखी कीती, तैनू करतार ने बचाया।
ਤੇ ਜੇ ਹੁਣ ਤੋਂ ਇਸ ਨਗਰੀ ਵਿੱਚ ਜਾਵੇਂ ਤੇ ਹੁਣ ਵੀ ਤੇਰੀ ਕਰਤਾਰ ਰੱਖਿਆ ਕਰੇਗਾ। ਇਥੋਂ ਤੱਕ ਆਪਾਂ ਨੇ ਕੱਲ ਕਥਾ ਸੁਣੀ ਸੀ। ਗੁਰੂ ਜੀ ਕਹਿਣ ਲੱਗੇ ਤੂੰ ਜਾ, ਆਪੇ ਪਰਮੇਸ਼ਰ ਤੇਰੀ ਰਾਖੀ ਰੱਖੇਗਾ। ਅਗਲੀ ਕਥਾ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਹਾਂਜੀ। ਮਰਦਾਨਾ ਕਹਿ ਜਰੋ ਸੋ ਨਗਰਾ, ਕਬੀ ਨ ਜਾਵੋ ਤਿਹ ਕੇ ਦਗਰਾ। ਅੱਗੋਂ ਭਾਈ ਮਰਦਾਨਾ ਜਿਸ ਨੇ ਕੌਡਾ ਰਾਖਸ਼ ਵੀ ਵੇਖਿਆ, ਕੌਡੇ ਰਾਖਸ਼ ਦੇ ਜੰਗਲ ਦੇਸ਼ ਵੀ ਵੇਖੇ ਨੇ, ਕੌਡੇ ਰਾਖਸ਼ ਦੇ ਨਗਰ ਵਰਗੀ ਅਗਰ ਇਹ ਨਗਰੀ ਹੈ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਮਰਦਾਨਾ ਕਹਿ ਜਰੋ ਨਾ ਜਰੋ ਸੋ ਨਗਰਾ। ਭਾਈ ਮਰਦਾਨਾ ਕਹਿਣ ਲੱਗਾ ਬਾਬਾ ਅੱਗ ਲੱਗੇ ਇਹੋ ਜਿਹੀ ਨਗਰੀ ਨੂੰ, ਜਰੋ ਸੜ ਜਾਏ। ਕਬੇ ਨਾ ਜਾਮੋ ਤੈ ਕੇ ਦਗਰਾ। ਇਹੋ ਜਿਹੇ ਨਗਰ ਦੇ, ਇਹੋ ਜਿਹੇ ਸ਼ਹਿਰ ਦੇ, ਇਹੋ ਜਿਹੇ ਦੇਸ਼ ਦੇ ਰਸਤੇ ਮੈਂ ਤੇ ਕਦੇ ਭੁੱਲ ਕੇ ਵੀ ਨਾ ਜਾਵਾਂ। ਕਿਉਂ ਹੂੰ ਬੱਚੇ ਤਬੇ ਮਮ ਪ੍ਰਾਨਾ, ਅਬ ਗਹਿ ਕੇ ਕਰ ਹਉ ਕਹਿ ਖਾਨਾ। ਸਤਿਗੁਰੂ ਅੱਗੇ ਮੇਰੇ ਪ੍ਰਾਣ ਮਸਾਂ ਬਚੇ ਸਨ, ਤੁਸੀਂ ਨਾ ਆਉਂਦੇ ਤੇ ਮੈਂ ਮਰ ਜਾਂਦਾ। ਮੈਨੂੰ ਉਹਨੇ ਤੇਲ ਦੇ ਕੜਾਏ ਵਿੱਚ ਸੁੱਟ ਦਿੱਤਾ ਸੀ। ਅਬ ਗਹਿ ਕੇ ਕਰ ਹੈ ਕੋ ਖਾਨਾ, ਤੇ ਜੇ ਹੁਣ ਜਾਵਾਂਗਾ ਤੇ ਫਿਰ ਤੇ ਕੋਈ ਖਾ ਹੀ ਲਵੇਗਾ, ਫਿਰ ਤੇ ਮੈਂ ਬਿਲਕੁਲ ਹੀ ਨਹੀਂ ਬਚਾਂਗਾ। ਜੇ ਇਹ ਵੀ ਦੇਸ਼ ਰਾਖਸ਼ਾਂ ਦਾ ਦੇਸ਼ ਹੈ ਤੇ ਦਾਤਾ ਮੈਂ ਤੇ ਨਹੀਂ ਜਾਣਾ ਇਸ ਨਗਰੀ ਵਿੱਚ। ਸੁਣ ਕਹਿ ਬਿਗਸ ਕਹਿਓ ਗੁਰ ਪੂਰੰ, ਜਾਨੋ ਇਸ ਗੁਰ ਬਿਖੈ ਜਰੂਰੰ। ਹੁਣ ਇਹ ਜਦੋਂ ਤੁਸੀਂ ਇੱਕ ਪੰਕਤੀ ਸੁਣੋਗੇ ਫਿਰ ਆਪ ਜੀ ਨੂੰ ਸਮਝ ਆਏਗੀ ਵੀ ਅਸਲ ਵਿੱਚ ਇਹ ਸਾਰੀ ਗੁਰੂ ਨਾਨਕ ਦੀ ਮਾਇਆ ਹੈ। ਮਰਦਾਨੇ ਨੂੰ ਦੱਸਿਆ ਵੀ ਇਹ ਰਾਖਸ਼ਾਂ ਦਾ ਦੇਸ਼ ਹੈ, ਉਹ ਕਹਿਣ ਲੱਗਾ ਜੀ ਬਿਲਕੁਲ ਨਹੀਂ ਜਾਂਦਾ। ਸਤਿਗੁਰੂ ਕਹਿੰਦੇ ਜਾਣਾ ਪਵੇਗਾ, ਜੇ ਤੂੰ ਜਾਏਗਾ ਕਰਤਾਰ ਤੇਰੀ ਰਾਖੀ ਕਰੇਗਾ। ਸੁਣ ਕੇ ਬਿਗਸ ਕਹਿਓ ਗੁਰ ਪੂਰੰ, ਜਾਨੋ ਇਸ ਪੁਰ ਵਿਖੇ ਜਰੂਰੰ। ਨਹੀਂ ਇੱਥੇ ਤੇ ਮਰਦਾਨਿਆਂ ਜਾਣਾ ਹੀ ਬਣਦਾ ਹੈ, ਇੱਥੇ ਤੇ ਜਾਣਾ ਹੀ ਪਵੇਗਾ। ਇੱਥੇ ਜਾਏ ਬਿਨਾ ਤੇ ਆਪਣਾ ਸਰੇਗਾ ਹੀ ਨਹੀਂ, ਕਿਉਂਕਿ ਆਪਾਂ ਨੂੰ ਕੰਮ ਹੈ। ਬਿਨਾ ਗਏ ਤੇ ਸਰੈ ਨ ਕਾਜੂ, ਜਾਂ ਤੇ ਚੱਲ ਆਵੋ ਤੁਮ ਆਜੂ। ਸਤਿਗੁਰੂ ਕਹਿਣ ਲੱਗੇ ਮਰਦਾਨਿਆਂ ਜਾ, ਤੇਰੇ ਜਾਏ ਬਿਨਾ ਕੰਮ ਪੂਰਾ ਨਹੀਂ ਹੋਣਾ। ਇਸ ਕਰਕੇ ਕੱਲ ਦੀ ਥਾਂ ਤੇ ਤੂੰ ਅੱਜ ਹੀ ਚਲਾ ਜਾ, ਛੇਤੀ ਚਲਾ ਜਾ, ਤੂੰ ਜਲਦੀ ਪਹੁੰਚ ਜਾ, ਨਗਰੀ ਵਿੱਚੋਂ ਹੋ ਕੇ ਆ। ਪ੍ਰਭ ਸੁਣ ਮੇਰੇ ਬਚਨ ਰਿਸਾਵੋ, ਰਾਖਸ਼ ਢਿਗ ਤੇ ਮੁਝੈ ਹਣਾਵੋ। ਆਖਿਆ ਹੈ ਪ੍ਰਭੂ ਤੁਸੀਂ ਮੇਰੇ ਬਚਨਾਂ ਤੋਂ ਰੁੱਸ ਗਏ ਹੋ, ਤੁਸੀਂ ਗੁੱਸਾ ਕਰ ਲਿਆ ਕਿ ਮੇਰੇ ਬੋਲਣ ਤੋਂ ਤੁਹਾਡੇ ਮਨ ਵਿੱਚ ਕੋਈ ਰੋਸ ਪੈਦਾ ਹੋਇਆ ਕਿ ਸੱਚੀ ਤੁਸੀਂ ਮੈਨੂੰ ਰਾਖਸ਼ ਦੇ ਕੋਲੋਂ ਮਰਵਾਉਣਾ ਚਾਹੁੰਦੇ ਹੋ। ਭਾਈ ਮਰਦਾਨਾ ਸਤਿਗੁਰਾਂ ਨਾਲ ਬਚਨ ਕਰਦਾ ਹੈ। ਵੇਖੋ ਇੱਕ ਬੇਨਤੀ ਦਾਸ ਰੋਜ਼ ਕਰਦਾ ਹੈ ਕਿ ਜੇ ਆਪਾਂ ਮੰਨ ਲਈਏ ਕਿ ਅਸੀਂ ਬੱਚੇ ਹਾਂ, ਵਾਹਿਗੁਰੂ ਸਾਡਾ ਮਾਤਾ ਪਿਤਾ ਹੈ, ਤੇ ਫਿਰ ਸਾਨੂੰ ਇਹ ਜਿਹੜਾ ਆਰਗੂ ਹੈ ਇਹਦਾ ਹੱਕ ਵੀ ਮਿਲਦਾ ਹੈ ਕਿ ਬੱਚੇ ਮਾਂ-ਪਿਓ ਨਾਲ ਜਿੱਦਾਂ ਨਹੀਂ ਕਰਦੇ, ਕਰਦੇ ਨੇ। ਕਿ ਮਾਂ-ਪਿਓ ਬੱਚਿਆਂ ਦੀਆਂ ਜਿੱਦਾਂ ਪੂਰੀਆਂ ਨਹੀਂ ਕਰਦੇ, ਬਿਲਕੁਲ ਕਰਦੇ ਨੇ। ਤੁਸੀਂ ਗੁਰਦੁਆਰੇ 'ਚ ਵੀ ਵੇਖਿਆ ਹੋਏਗਾ ਕਈ ਲੋਕ ਐਸੇ ਨੇ, ਕਈ ਐਸੇ ਨੇ ਜਿਹੜੇ ਸੱਚੀ ਮੁੱਚੀ ਉਸ ਪਰਮੇਸ਼ਰ ਦੇ ਭਰੋਸੇ ਵਿੱਚ ਇਹੋ ਜਿਹੇ ਲਾਡ ਲਡਾਉਂਦੇ ਨੇ। ਦਾਸ ਨਾਨਕ ਪਿਓ ਸੀ,
ਤੇ ਇੱਕ ਬੀਬੀ ਉਹ ਨਾਨਕ ਪਿਓ ਗੁਰਦੁਆਰੇ ਤੇ ਆਵੇ ਤੇ ਅੰਦਰ ਮੱਥਾ ਨਾ ਟੇਕਣ ਜਾਵੇ। ਮੈਨੂੰ ਨਾਂ ਨਹੀਂ ਉਹਦਾ ਯਾਦ ਆ ਰਿਹਾ, ਤੇ ਮੈਂ ਕਿਹਾ ਗੁੜੀਆ ਤੂੰ ਅੰਦਰ ਮੱਥਾ ਟੇਕਣ ਨਹੀਂ ਜਾਂਦੀ? ਕਹਿੰਦੀ ਅੱਜ ਕੱਲ੍ਹ ਬਾਬੇ ਨਾਲ ਨਾ ਮੇਰੀ ਥੋੜੀ ਜਿਹੀ ਲੜਾਈ ਚੱਲਦੀ ਹੈ, ਜਿੱਦਣ ਠੀਕ ਹੋ ਜਾਏਗੀ ਉਦੋਂ ਆਉਂਦੀ ਗੁਰਦੁਆਰੇ ਰੋਜ਼ ਸੀ ਉਹ। ਹੁਣ ਜੇ ਇਹਨੂੰ ਆਪਾਂ ਗਿਣਤੀਆਂ ਮਿਣਤੀਆਂ 'ਚ ਲੈ ਲਈਏ, ਇਹਨੂੰ ਕਾਪੀ ਪੈਨ ਫੜ ਲਈਏ, ਇਹਨੂੰ ਅਸੀਂ ਕਿਸੇ ਮਾਨ ਮਰਿਆਦਾ ਵਿੱਚ ਪਾਉਣ ਦੀ ਕੋਸ਼ਿਸ਼ ਕਰੀਏ ਤੇ ਕਿਤੇ ਵੀ ਪੂਰੀ ਨਹੀਂ ਆਏਗੀ। ਵੇਖੋ ਜਿਹੜਾ ਪਰਮਾਤਮਾ ਹੈ ਨਾ, ਅਸਲ ਵਿੱਚ ਉਹ ਭੋਲੇ ਭਾਏ ਮੇਲੇ ਰਘੁਰਾਇਆ। ਚਤਰਾਈਆਂ ਨਾਲ ਕਦੇ ਰੱਬ ਨਹੀਂ ਮਿਲਦਾ। ਚਤਰਾਈਆਂ ਨਾਲ ਪਦਵੀ ਮਿਲ ਜਾਏਗੀ, ਪੈਸਾ ਮਿਲ ਜਾਏਗਾ, ਥੋੜੇ ਜਿਹੇ ਟਾਈਮ ਲਈ ਸ਼ੋਹਰਤ ਮਿਲ ਜਾਏਗੀ, ਪਰਮਾਤਮਾ ਨਹੀਂ ਮਿਲੇਗਾ। ਹੁਣ ਅਸੀਂ ਭੀਲਣੀ ਦੀ ਗੱਲ ਕਰਦੇ ਹਾਂ, ਪਰ ਬੜੀ ਅਜੀਬ ਕਥਾ ਹੈ ਕਿ ਭੀਲਣੀ ਆਪਣੇ ਭਗਵਾਨ ਰਾਮ ਵਾਸਤੇ ਬੇਰ ਇਕੱਠੇ ਕਰਦੀ ਹੈ, ਪਰ ਕਰਦੀ ਹੱਦੋਂ ਮਤਲਬ ਪਰੇ ਜਾ ਕੇ ਉਹ ਕਰਮ ਕਰਦੀ ਹੈ। ਕੀ ਕਰਦੀ ਹੈ? ਜਿਹੜਾ ਬੇਰ ਚੁੱਕਦੀ ਹੈ ਪਹਿਲਾਂ ਖਾ ਕੇ ਵੇਂਦੀ ਵੀ ਮਿੱਠਾ ਹੈਗਾ, ਜੇ ਮਿੱਠਾ ਹੁੰਦਾ ਤੇ ਟੋਕਰੀ 'ਚ ਪਾ ਲੈਂਦੀ ਹੈ, ਖੱਟਾ ਹੁੰਦਾ ਤੇ ਸੁੱਟ ਦਿੰਦੀ ਹੈ। ਹੁਣ ਪੁੱਛੋ ਉਹਨੂੰ ਕਮਲੀ ਨੂੰ ਵੀ ਸਾਰੇ ਝੂਠੇ ਕਰ ਦਿੱਤੇ ਤੂੰ ਤਾਂ, ਤੂੰ ਤਾਂ ਸਾਰੇ ਹੀ ਝੂਠੇ ਕਰਤੇ। ਇਸ ਕਰਕੇ ਇਹ ਗੱਲ ਸਾਨੂੰ ਧਰਮ ਦੀ ਦੁਨੀਆ ਵਿੱਚ ਸਮਝਣ ਦੀ ਲੋੜ ਹੈ। ਇਸੇ ਕਰਕੇ ਕਹਿੰਦੇ ਜਿਹੜਾ ਧਰਮ ਹੈ ਇਹ ਦਿਮਾਗ ਦਾ ਵਿਸ਼ਾ ਨਹੀਂ ਹੈ, ਇਹ ਦਿਲ ਦਾ ਵਿਸ਼ਾ ਹੈ। ਧਰਮ ਜਿਹਦੇ ਵਿੱਚ ਕਰਮ ਦੀ ਪ੍ਰਧਾਨਤਾ ਹੈ। ਅਗਰ ਤੁਸੀਂ ਕਰਨਾ ਕੁਝ ਨਹੀਂ ਤੇ ਤੁਹਾਡਾ ਗਿਆਨ ਨਿਸਫਲ ਹੈ, ਪਰ ਜੇ ਤੁਸੀਂ ਕਰੋ ਤੇ ਤੁਹਾਡਾ ਗਿਆਨ ਜਿਹੜਾ ਹੈ ਉਹ ਮੁਬਾਰਕ ਹੈ। ਆਪਾਂ ਕੱਲ ਸਾਰੀ ਕਥਾ ਇਸੇ ਗੱਲ ਦੀ ਸੁਣੀ ਹੈ ਨਾ, ਵੀ ਤੁਸੀਂ ਇਸ਼ਨਾਨ ਕੀਤਾ, ਜੇ ਪਾਠ ਨਹੀਂ ਕੀਤਾ ਤਾਂ ਤੇ ਇੱਕ ਰੂਟੀਨ ਹੈ, ਸ਼ਾਵਰ ਲਿਆ ਤੁਸੀਂ, ਖਤਮ ਹੋਈ ਗੱਲ। ਪਰ ਜੇ ਪਾਠ ਕਰ ਲਿਆ ਤੇ ਨਾਮਦਾਨ ਇਸ਼ਨਾਨ, ਇਹ ਤੇ ਬੜਾ ਵੱਡਾ ਤੁਸੀਂ ਧਰਮ ਕਰਮ ਕੀਤਾ। ਜੇ ਪਾਠ ਕੀਤਾ ਇਸ਼ਨਾਨ ਕਰਕੇ ਤੇ ਧਰਮ ਕਰਮ ਹੈ, ਤੇ ਜੇ ਇਸ਼ਨਾਨ ਕਰਕੇ ਦਫ਼ਤਰ ਨੂੰ ਤੁਰ ਗਏ, ਹੱਟੀ ਨੂੰ ਤੁਰ ਗਏ, ਕੰਮ ਤੇ ਤੁਰ ਗਏ, ਤੇ ਫਿਰ ਉਹਦਾ ਧਰਮ ਦੇ ਨਾਲ ਤਾਂ ਕੋਈ ਸੰਬੰਧ ਨਹੀਂ ਹੈ। ਜਿਹੜੀ 12 ਮੂਲੇ ਵਾਲੀ ਮਾਈ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੀ ਹੈ, ਤੂੰ ਪਤਤ ਮੈਂ ਪਤਤ ਪਾਵਨ। ਮਸਕੀਨ ਸਾਹਿਬ ਇਹ ਕਥਾ ਬੜੇ ਵਜਦ ਵਿੱਚ ਸੁਣਾਉਂਦੇ ਹੁੰਦੇ ਸੀ, ਬੜੀ ਵਾਰ ਸੁਣਾਉਂਦੇ ਹੁੰਦੇ ਸੀ। ਕਿਸੇ ਸਿੱਖ ਨੇ ਜਾ ਕੇ ਮਾਈ ਨੂੰ ਝੰਜੋੜਿਆ ਮੋਢੇ ਤੋਂ ਫੜ ਕੇ, ਵੀ ਕਮਲੀਏ ਮਾਈਏ ਕੀ ਬੋਲੀ ਜਾਨੀ ਹੈ? ਇਹ ਗੁਰੂ ਹਰਗੋਬਿੰਦ ਸਾਹਿਬ ਨੇ, ਦੀਨ ਦੁਨੀਆ ਦੇ ਪਾਤਸ਼ਾਹ ਨੇ, ਤੂੰ ਕੀ ਬੋਲੀ ਜਾਨੀ ਹੈ ਕਿ ਤੂੰ ਪਤਤ ਮੈਂ ਪਤਤ ਪਾਵਨ। ਤੇ ਗੁਰੂ ਹਰਗੋਬਿੰਦ ਸਾਹਿਬ ਸਿੱਖ ਨੂੰ ਕਹਿਣ ਲੱਗੇ ਵੀ ਤੂੰ ਪਰੇ ਹੋ ਜਾ, ਮੈਨੂੰ ਪਤਾ ਹੈ ਕੀ ਬੋਲਦੀ ਹੈ। ਹੋਇਆ ਕੀ ਸੀ? ਜਦੋਂ ਉਸ ਮਾਈ ਨੂੰ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਇੱਥੇ ਆ ਰਹੇ ਨੇ, ਹੁਣ ਉਹ ਬੜੀ ਭਾਵਕ ਸੀ ਇਸ ਗੱਲ ਲਈ, ਉਹਦੇ ਅੰਦਰ ਬੜੀ ਉਤਸੁਕਤਾ ਸੀ ਕਿ ਮੈਂ ਗੁਰੂ ਜੀ ਦੇ ਦਰਸ਼ਨ ਕਰਾਂਗੀ, ਗੁਰੂ ਜੀ ਦੇ ਚਰਨ ਪਰਸਾਂਗੀ, ਗੁਰੂ ਜੀ ਕੋਲੋਂ ਆਪਣੀਆਂ ਭੁੱਲਾਂ ਬਖਸ਼ਾਵਾਂਗੀ। ਉਹਨੂੰ ਕਿਸੇ ਨੇ ਪੜ੍ਹਾ ਦਿੱਤਾ ਕਿ ਮਾਤਾ ਆਪਣਾ ਜਨਮ ਸਵਾਰ ਲੈ, ਜਦੋਂ ਤੇਰੀ ਗਲੀ ਵਿੱਚ ਗੁਰੂ ਜੀ ਲੰਘਣ ਲੱਗਣ ਤੇ ਗੁਰੂ ਜੀ ਦੇ ਘੋੜੇ ਦੀਆਂ ਵਾਗਾਂ ਫੜ ਲਈ, ਰੋਕ ਲਵੀਂ, ਤੇ ਨਾਲੇ ਕਵੀਂ ਕਿ ਮੈਂ ਪਤਤ, ਮੈਂ ਧਰਮ ਤੋਂ ਡਿੱਗੀ ਹੋਈ ਆ, ਤੂੰ ਪਤਤ ਪਾਵਨ। ਤੇ ਤੂੰ ਧਰਮ ਤੋਂ ਡਿੱਗਿਆਂ ਨੂੰ ਚੁੱਕ ਕੇ ਆਪਣੇ ਗਲੇ ਨਾਲ ਲਾ ਲੈਣਾ, ਪਰਮਾਤਮਾ ਨਾਲ ਮਿਲਾ ਦੇਣਾ।
ਕਹਿਣ ਲੱਗੀ ਬਿਲਕੁਲ ਠੀਕ ਹੈ। ਹੁਣ ਕਹਿਣਾ ਤੇ ਇਹ ਸੀ ਕਿ ਮੈਂ ਪਤਤ ਤੂੰ ਪਤਤ ਪਾਵਨ, ਤੂੰ ਐਸੀ ਖੁੰਝੀ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਕਹੀ ਜਾਂਦੀ ਹੈ ਤੂੰ ਪਤਤ ਮੈਂ ਪਤਤ ਪਾਵਨ। ਇਹ ਸਤਿਗੁਰੂ ਦੀ ਬਾਣੀ 'ਚ ਲਿਖਿਆ ਕਿ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ, ਅਗਰ ਸੁਤੇ ਭਾਵ ਤੁਹਾਡੇ ਤੋਂ ਬਾਹਰ ਬੋਲਿਆ, ਤੁਹਾਡੇ ਤੋਂ ਗਲਤੀ ਹੋ ਗਈ ਤਾਂ ਮਾਫ ਹੈ, ਓਮੀ ਸਾਧਨਾ ਮਾਰੀ ਹੈ। ਇੱਥੇ ਪੜਿਆ ਮੂਰਖ ਆਖੀਏ ਦੀ ਜੁਗਤੀ ਹੈ। ਇੱਥੇ ਪੜ੍ਹੇ ਲਿਖੇ ਨੂੰ ਮੂਰਖ ਆਖਿਆ, ਜਿਹਨੂੰ ਸਾਰਾ ਪਤਾ ਹੈ ਫਿਰ ਗਲਤੀ ਕਰਦਾ ਹੈ। ਪਰ ਓਮੀ ਸਾਧਨਾ ਮਾਰੀ ਹੈ, ਜਿਹਨੂੰ ਕੱਲੇ ਓਮ ਅੱਖਰ ਦਾ ਗਿਆਨ ਹੈ, ਬਾਕੀ ਉਹ ਆਉਂਦਾ ਹੀ ਨਹੀਂ ਪੜ੍ਹਨਾ, ਕੁਛ ਨਹੀਂ ਆਉਂਦਾ, ਅੰਗੂਠਾ ਛਾਪ ਆਦਮੀ ਹੈ। ਸਤਿਗੁਰੂ ਕਹਿੰਦੇ ਉਹ ਤੇ ਬਖਸ਼ਿਆ ਜਾਏਗਾ, ਭਾਈ ਉਹਨੂੰ ਤੇ ਆਉਂਦਾ ਹੀ ਕੁਛ ਨਹੀਂ ਸੀ। ਫੜੇ ਤਾਂ ਉਹ ਜਾਣਗੇ ਜਿਨ੍ਹਾਂ ਨੂੰ ਸਾਰਾ ਪਤਾ ਸੀ ਤੇ ਉਹਨਾਂ ਨੇ ਫਿਰ ਗਲਤੀਆਂ ਕੀਤੀਆਂ ਨੇ। ਭਾਈ ਮਰਦਾਨਾ ਕਹਿਣ ਲੱਗਾ ਬਾਬਾ ਪ੍ਰਭ ਸੁਣ ਮੇਰੇ ਬਚਨ ਰਸਾਵੋ। ਸਤਿਗੁਰੂ ਮੇਰੇ ਬੋਲਣ ਤੋਂ ਤੁਸੀਂ ਗੁੱਸਾ ਕੀਤਾ, ਤੁਹਾਡੇ ਮਨ ਵਿੱਚ ਕੋਈ ਰੋਸ ਆਇਆ, ਰਾਕਸ਼ ਢਿੱਗ ਤੇ ਮੁਝੇ ਹਨਾਵੋ, ਤੇ ਮੈਨੂੰ ਬਾਬਾ ਹੁਣ ਤੁਸੀਂ ਰਾਕਸ਼ਸਾਂ ਕੋਲੋਂ ਮਰਵਾਓਗੇ, ਖਤਮ ਕਰਾਓਗੇ। ਹਾਂਜੀ। ਗਹਿ ਕਰ ਕੋ ਪਾਵੈ ਮੁਖ ਮਾਹੀ, ਕਿਹ ਬਿਦ ਬਚਨ ਹੋਏ ਤਬ ਨਾਹੀ। ਗਹਿ ਕਰ ਕੋ ਪਾਵੈ ਮੁਖ ਮਾਹੀ, ਕਿਹ ਬਿਦ ਬਚਨ ਹੋਏ ਤਬ ਨਾਹੀ। ਤੇ ਜੇ ਬਾਬਾ ਕਿਸੇ ਰਾਕਸ਼ਸ ਨੇ ਏਦਾਂ ਹੀ ਫੜ ਕੇ ਮੈਨੂੰ ਆਪਣੇ ਮੂੰਹ 'ਚ ਪਾ ਲਿਆ, ਆਪਣੇ ਅੰਦਰ ਪੇਟ ਵਿੱਚ ਪਾ ਲਿਆ, ਤੇ ਫਿਰ ਮੈਂ ਕੀ ਬੋਲਾਂਗਾ। ਚਲੋ ਭੇਡੂ ਬਣਿਆ ਤੇ ਮੈਂ ਕਰਕੇ ਮਿਆਂ ਮਿਆਂ ਕਰਕੇ ਤੁਹਾਨੂੰ ਸੁਣਾ ਦਿੱਤਾ ਵੀ ਮੈਂ ਹੀ ਆ। ਥੋੜਾ ਬਹੁਤਾ ਕਿੱਲੀ ਨਾਲ ਬੱਧੇ ਨੇ, ਐਵੇਂ ਨੱਕ ਦੇ ਫੁਕਾਰੇ ਜੇ ਮਾਰੇ ਤੇ ਦੱਸ ਦਿੱਤਾ ਵੀ ਬਾਬਾ ਮੈਂ ਹੀ ਆ। ਤੇ ਜੇ ਕਿਸੇ ਰਾਕਸ਼ਸ ਨੇ ਫੜ ਕੇ ਮੈਨੂੰ ਆਪਣੇ ਪੇਟ ਵਿੱਚ ਪਾ ਲਿਆ ਤੇ ਮੈਂ ਕੀ ਕਰਾਂਗਾ, ਕਿਵੇਂ ਬੋਲਾਂਗਾ, ਕਿਵੇਂ ਪੁਕਾਰ ਕਰਾਂਗਾ। ਪੁਰ ਦੇਸ਼ ਮੁਖ ਕਰ ਮਹਿ ਨਾ ਸਿਧਾਇਓ, ਮਾਰਿਓ ਚਾਹੋ ਆਪ ਤੁਮ ਮਾਰੋ। ਇਸ ਕਰਕੇ ਪੁਰ ਦੇਸ਼ ਮੁਖ ਕਰ ਮੈਂ ਨਾ ਸੁਧਾਰੋ, ਨਗਰੀ ਵਾਲੇ ਪਾਸੇ ਮੂੰਹ ਕਰਕੇ ਮੈਂ ਨਹੀਂ ਜਾਵਾਂਗਾ। ਤੇ ਸਤਿਗੁਰੂ ਮਾਰਿਓ ਚਾਹੋ ਤੇ ਆਪ ਤੁਮ ਮਾਰੋ। ਜੇ ਮੈਨੂੰ ਮਾਰਨਾ ਹੀ ਹੈ ਤੇ ਬਾਬਾ ਫਿਰ ਆਪਣੇ ਹੱਥੀ ਮਾਰੋ, ਮੁਕਤੀ ਤਾਂ ਕਰੋ ਮੇਰੀ, ਰਾਕਸ਼ਸਾਂ ਕੋਲੋਂ ਕਿਉਂ ਮਰਵਾਉਂਦੇ ਹੋ ਮੈਨੂੰ। ਜੇ ਤੁਸੀਂ ਫੈਸਲਾ ਕਰ ਹੀ ਲਿਆ ਹੈ ਵੀ ਮੈਨੂੰ ਮਰਵਾਉਣਾ ਹੈ ਤਾਂ ਠੀਕ ਹੈ, ਫਿਰ ਆਪ ਮਾਰ ਦਿਓ। ਕਿਸੇ ਦੇ ਅੱਗੇ ਸੁੱਟ ਕੇ ਮੈਨੂੰ, ਉਹ ਵੀ ਰਾਕਸ਼ਸਾਂ ਦੇ ਅੱਗੇ ਸੁੱਟ ਕੇ ਮੈਨੂੰ ਕਿਉਂ ਮਰਵਾਉਂਦੇ ਹੋ ਤੁਸੀਂ। ਇਸ ਪ੍ਰਕਾਰ ਕੇ ਬਚਨ ਬਿਲਾਸਾ, ਕਰਤ ਹੁਤੇ ਸੰਤਨ ਸੁਖ ਰਾਸਾ। ਇਸ ਪ੍ਰਕਾਰ ਕੇ ਬਚਨ ਬਿਲਾਸਾ, ਕਰਤ ਹੁਤੇ ਸੰਤਨ ਸੁਖ ਰਾਸਾ। ਇਦਾਂ ਦੀਆਂ ਗੱਲਾਂ ਆਪਸ ਵਿੱਚ ਕਰ ਹੀ ਰਹੇ ਸਨ। ਇਦਾਂ ਦੇ ਬਚਨ ਬਿਲਾਸ ਸਤਿਗੁਰੂ ਜੀ ਦੇ ਨਾਲ ਭਾਈ ਮਰਦਾਨਾ ਜੀ ਕਰਦੇ ਨੇ। ਹਾਂਜੀ। ਤਹਿ ਸ਼ੈਨ ਨਿਕਸਿਓ ਰਾਖਸ਼ ਰਾਜਾ, ਵਹਿਰ ਨਗਰ ਤੇ ਲਿਏ ਸਮਾਜਾ। ਇਤਨੇ ਨੂੰ ਜਿਹੜਾ ਰਾਖਸ਼ਾਂ ਦਾ ਰਾਜਾ ਸੀ ਉਹ ਆਪਣੀ ਨਗਰੀ ਚੋਂ ਬਾਹਰ ਆ ਗਿਆ। ਹੁਣ ਨਗਰੀ ਵੀ ਰਾਖਸ਼ਾਂ ਦੀ ਤੇ ਰਾਜਾ ਵੀ ਰਾਖਸ਼। ਤਾਈ ਸਤਿਗੁਰਾਂ ਨੇ ਕਿਹਾ ਸੀ ਵੀ ਮਰਦਾਨਿਆ ਇਹ ਤਾਂ ਕੌਡੇ ਰਾਖਸ਼ ਵਾਲਾ ਹੀ ਕੰਮ ਹੈ ਇੱਥੇ ਤਾਂ। ਹੁਣ ਜਦੋਂ ਰਾਜਾ ਬਾਹਰ ਆਇਆ, ਬਹਿਰ ਨਗਰ ਤੇ ਲੀਏ ਸਮਾਜਾ, ਕੱਲਾ ਨਹੀਂ ਸੀ, ਉਹਦੇ ਨਾਲ ਉਹਦਾ ਅਮਲਾ ਫੈਲਾ ਵੀ ਸੀ, ਫੌਜਾਂ ਵੀ ਸੀ ਉਹਦੀਆਂ, ਉਹਦਾ ਪਰਿਵਾਰ ਵੀ ਸੀ, ਉਹਦੇ ਹੋਰ ਮੰਤਰੀ, ਉਹਦੇ ਐਲਕਾਰ ਵੀ ਸਨ, ਸਾਰੇ ਰਾਖਸ਼ ਨੇ। ਹਾਂਜੀ। ਚੜਿਓ ਅਖੇਰ ਬਿਰਤ ਕੇ ਕਾਰਨ, ਸੰਗ ਵਡੋ ਰਾਖਸ਼ ਦਲ ਉਦਾਰਨ। ਚੜਿਓ ਅਖੇਰ ਬਿਰਤ ਕੇ ਕਾਰਨ, ਉਹ ਨਿਕਲਿਆ ਸੀ ਸ਼ਿਕਾਰ ਖੇਡਣ। ਸ਼ਿਕਾਰ ਵੀ ਉਹ ਰਾਖਸ਼ ਨੇ, ਮਾਸਾਹਾਰੀ ਨੇ,
कोई जानवर खाणगे, कोई बंदा खाणगे, जो मिलेगा उसनूं खाणगे। वो इस करके नहीं निकलिया भी उन्हें सतगुरां नूं मिलना सी जां उन्हूं कोई खबर है। वो तो आम वांग अपनी नगरी तो बाहर आया भी चलो चलते हैं, कोई शिकार लभदे हैं तो खाने हैं। लाख सपत दस देह उतंगा, वाडक रूप के मेचक रंगा। ये जेड़ा राक्षस है, इन्हां दियां बड़ियां बड़ियां उच्चियां देहां ने, बड़े बड़े वड्डे शरीर ने इन्हां दे। वाडक रूप जिन मेचक रंगा, ते रंग इन्हां दे काले ने, जिवें साडे केस हुंदे ने ना। हुण मेरे केसां वाल ना वेखना भी ये ते चिट्टे ने। जदों बच्चे का जन्म हुंदा है ना, अमूमन बच्चे दे वाल जेड़े वो बिल्कुल काले शाह हुंदे ने, और वो केस ही असल विच मनुख दी खूबसूरती का एक हिस्सा ने। इस करके कई बंदे सारी उम्र ही वाल काले करते रहते हैं। वो शायद फिर वापस वेखना चाहते हैं भी मेरे उहो ਜਿਹੇ वाल होण जिहो जे कदे परमात्मा ने मैनू बचपन तो दिते सी, जिहो जे मेरे वाल जवानी विच सी। तो इसनूं मेचक लिखिया है। वो जेड़े राक्षस ने उन्हां दे रंग जेड़े ने वो बिल्कुल काले ने। हाँ जी। कैदो श्याम कटा सो आवे, बकसे निकसे दांत लखावे। इउं लगता है भी ये काले काले राक्षस नहीं आए, क्योंकि बड़े बड़े वड्डे सी वो, दैत सी, देव सन। इउं लगता है भी बदलों दियां कालियां घटावां आ गईयां ने। निकसे दांत लखावें बकसे, जिवें छोटा जिहा बगला हुंदा है ना, एडे एडे उन्हां दे चिट्टे चिट्टे दंद बगलियां वर्गे। हुण एक बगले दा तुसीं आकार वेखो किड्डा वड्डा है। एडे एडे उन्हां दे एक एक दंद दी उन्हां दी बनतर है। दंद चिट्टे ते रंग काला, वड्डे वड्डे उन्हां दे शरीर। इउं लगदा भी ये ते कालियां घटावां चढ़ाईयां ने। नासा करन कूप से जिन के, लोचन श्रोनत सरसे तिन के। हुण इन्हां दे कन ते इन्हां दियां नाशकावां, इन्हां दे नक किहो ਜਿਹੇ ने। कहते नक कादे ने? खूह ही ने। कन कादे ने? कन भी खूहां वर्गे ने। फिर इन्हां दे जेड़े नेत्र ने, अखां ने ਜਿਹੜੀਆਂ, वो कहते बिल्कुल लाल, जिवें निरा खून होवे। अज भी जदों तुसी किसी दैंत दी, किसी राक्षस दी, किसी चड़ेल दी कोई पिक्चर वेखोगे, कोई तस्वीर वेखोगे, कोई बनावट वेखोगे, तो उहदे विच ये दो तीन चीज़ों का बड़ा ध्यान रखा जाता है कि उहदे वड्डे वड्डे वाल होण, लंबे लंबे दंद होण, वड्डे वड्डे कन होण, लंबे लंबे उहदे शरीर दे अंग होण। ये चीज़ां उहदे च विखाईयां जांदियां। ते जदों अखां दी वारी आउंदी है तो उदों तो इवें विखाया जाता है भी जिवें निरा खून ही होवे। हुण है कि नहीं है ये तो वाहिगुरू जाणे, पर जो कथा विच लिखिया मैं जो तुहानूं सुना रहा वो इहो ही है कि अखां उन्हां दियां गूढ़ियां खून वर्गियां लाल ने, मोटियां मोटियां ने। नक उन्हां दे, कन उन्हां दे इवें ने जिवें खूह हुंदे ने भाई। लोहित बरन विसाले बाला, पहरे गल में हाडन माला। लोहत बरन बसाले बाला, जेड़े उन्हां दे वाल ने उन्हां दा रंग लोहे वर्गा है। जे तुसी
ਕੇਸਾਂ ਨੂੰ ਤੇਲ ਨਾ ਲਾਓ, ਘਿਓ ਨਾ ਲਾਓ। ਹੁਣ ਤੇਲ ਦੇ ਵਿੱਚ ਉਹ ਤੇਲ ਆਂਵਲੇ ਦਾ ਹੋਵੇ ਜਾਂ ਉਹ ਗਿਰੀ ਦਾ ਹੋਵੇ, ਸਵਾਲ ਹੀ ਨਹੀਂ ਹੈ। ਅਗਰ ਤੁਸੀਂ ਇਹਨਾਂ ਵਾਲਾਂ ਦੀ ਸੰਭਾਲ ਨਹੀਂ ਕਰੋਗੇ, ਕੇਸਾਂ ਦੀ ਸੰਭਾਲ ਨਹੀਂ ਕਰੋਗੇ, ਤੇ ਬੜੇ ਕਰੂਪ ਹੋ ਜਾਂਦੇ ਨੇ, ਬੜੇ ਬਦਸੂਰਤ ਹੋ ਜਾਂਦੇ ਨੇ। ਔਰ ਉਹਨਾਂ ਦਾ ਰੰਗ ਕਿਹੋ ਜਿਹਾ ਹੋਏਗਾ, ਜਿਵੇਂ ਜੰਗਾਲਿਆ ਜਾਂ ਲੋਹਾ ਨਹੀਂ ਹੁੰਦਾ। ਹੁਣ ਕਈ ਲੋਕ ਤਾਂ ਬਕਾਇਦਾ ਆਪਣੇ ਵਾਲ ਡਾਈ ਕਰਾਉਂਦੇ ਨੇ ਇਸ ਤਰ੍ਹਾਂ ਦੇ, ਕਈ 골ਡ ਕਰਾਉਂਦੇ ਨੇ, ਕਈ ਉਹਨੂੰ ਬਰਾਊਨ ਜਿਹਾ ਕਰ ਲੈਂਦੇ ਨੇ। ਜਾਂ ਤੁਸੀਂ ਵੇਖਿਆ ਹੋਣਾ ਕਈਆਂ ਨੇ ਸਿਰ ਤੇ ਮਹਿੰਦੀ ਲਾਈ ਹੁੰਦੀ, ਉਹ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦੇ ਨੇ, ਪਰ ਵੇਖਣ ਵਾਲੇ ਨੂੰ ਕਦੇ ਵੀ ਉਹ ਬੰਦਾ ਅਪੀਲ ਨਹੀਂ ਕਰਦਾ ਕਿ ਮਹਿੰਦੀ ਰੰਗੇ ਕਿਸੇ ਦੇ ਸਿਰ ਦੇ ਵਾਲ ਹੋਣ ਤੇ ਉਹ ਕਵੇ ਬੰਦਾ ਵੀ ਤੇਰੇ ਵਾਲ ਬੜੇ ਸੋਹਣੇ ਨੇ। ਹੁਣ ਕਵੀ ਜੀ ਇੱਥੇ ਲਿਖਦੇ ਨੇ, ਇਹ ਜਿਹੜੇ ਰਾਖਸ਼ ਨੇ ਉਹਨਾਂ ਦੇ ਵਾਲਾਂ ਦਾ ਰੰਗ ਜਿਹੜਾ ਹੈ ਉਹ ਲੋਹਤ ਵਰਣ, ਲੋਹੇ ਵਰਗਾ ਹੈ। ਪਹਿਰੇ ਗਲ ਮੈਂ ਹਾਡਣ ਮਾਲਾ, ਇਹਨਾਂ ਨੇ ਆਪਣੇ ਗਲੇ ਦੇ ਵਿੱਚ ਹੱਡੀਆਂ ਦੀਆਂ ਮਾਲਾ ਪਾਈਆਂ ਹੋਈਆਂ ਨੇ। ਜਿਵੇਂ ਕੋਈ ਮੋਤੀਆਂ ਦੀ ਮਾਲਾ ਪਾਉਂਦਾ, ਕੋਈ ਰੁਦਰਾਖ ਦੀ ਮਾਲਾ ਪਾਉਂਦਾ, ਕੋਈ ਸੋਨੇ ਦੀ ਉਹ ਤਵੀਤੜੀਆਂ ਜਿਹੀਆਂ ਬਣਾ ਕੇ ਆਪਣੇ ਗਲ ਵਿੱਚ ਕੋਈ ਹਾਰ ਪਾਉਂਦਾ। ਇਹਨਾਂ ਨੇ ਜਿਹੜਾ ਆਪਣੇ ਗਲ ਵਿੱਚ ਹਾਰ ਪਾਇਆ ਉਹਦੇ ਵਿੱਚ ਹੱਡੀਆਂ ਪਰੋਈਆਂ ਹੋਈਆਂ ਨੇ। ਹਾਂਜੀ। ਸ਼੍ਰੀ ਗੁਰ ਕੇ ਜੋ ਨਿਕਟ ਗਿਰ, ਤਿਸ ਤੇ ਊਰਦ ਥਾਨ। ਹੁਣ ਇਹ ਰਾਖਸ਼ ਹੱਡੀ ਗਲੇ ਵਿੱਚ ਕਿਉਂ ਪਾਉਂਦੇ ਨੇ? ਹੁਣ ਇਹਦੀ ਗੱਲ ਨੂੰ ਸਮਝਣ ਦੀ ਲੋੜ ਤਾਂ ਹੈ। ਸਾਡੇ ਇੱਕ ਮੁਹਾਵਰਾ ਹੈ, ਕੁੱਤੇ ਦੀ ਹੱਡੀ ਵਾਲਾ। ਹੁਣ ਸਾਡੇ ਤੇ ਇੱਥੇ ਸ਼ਹਿਰਾਂ 'ਚ ਇੰਨੀ ਕੋਈ ਹੈ ਨਹੀਂ ਥਾਂ, ਪਰ ਫਿਰ ਵੀ ਤੁਸੀਂ ਨੋਟ ਕਰ ਸਕਦੇ ਹੋ ਜਿਹੜੇ ਲੋਕ ਆਪਣੇ ਕੁੱਤਿਆਂ ਨੂੰ ਮਾਸ ਪਾਉਂਦੇ ਨੇ। ਪਿੰਡਾਂ 'ਚ ਤਾਂ ਕੋਈ ਪਾਉਂਦਾ ਨਹੀਂ, ਉਹ ਤੇ ਹੱਡਾ ਰੂੜੀ ਤੁਹਾਡੀ ਚੁੱਕ ਲਿਆਉਂਦੇ ਨੇ। ਉਹ ਫਿਰ ਜਿਹੜਾ ਕੁੱਤਾ ਹੈ ਉਹ ਉਸ ਹੱਡੀ ਨੂੰ ਪਾਥੀਆਂ 'ਚ, ਤੂੜੀ 'ਚ, ਪਰਾਲੀ 'ਚ ਲੁਕੋ ਲੈਂਦਾ। ਫਿਰ ਜਦੋਂ ਵਿਹਲਾ ਹੁੰਦਾ ਜਾ ਕੇ ਉਹਨੂੰ ਹੱਡੀ ਨੂੰ ਮੂੰਹ 'ਚ ਪਾਉਂਦਾ। ਪਾਉਂਦਾ ਤੇ ਇਸ ਕਰਕੇ ਹੈ ਵੀ ਕਿਸੇ ਵੇਲੇ ਉਹਨੇ ਹੱਡੀ ਦੇ ਨਾਲੋਂ ਮਾਸ ਨੋਚਿਆ ਹੁੰਦਾ। ਹੁਣ ਜਾ ਕੇ ਉਹ ਫਿਰ ਉਹੀ ਟੇਸਟ ਲੱਭਣ ਦੀ, ਸਵਾਦ ਲੱਭਣ ਦੀ ਕੋਸ਼ਿਸ਼ ਕਰਦਾ। ਪਰ ਫਿਰ ਕੀ ਹੁੰਦਾ ਕਿ ਉਹ ਹੱਡੀ ਉਹਦੇ ਜਿਹੜੇ ਆਪਣੇ ਦੰਦਾਂ ਦੇ ਮਸੂੜੇ ਨੇ ਉਹਨਾਂ ਦੇ ਨਾਲ ਟੱਚ ਕਰਦੀ ਤਾਂ ਉਹਦੇ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਉਹ ਫਿਰ ਕੀ, ਉਹ ਅਸਲ ਵਿੱਚ ਉਹ ਸਵਾਦ ਉਹਦੇ ਆਪਣੇ ਖੂਨ ਦਾ ਹੁੰਦਾ ਹੈ। ਤੇ ਉਹਦੀ ਇੱਕ ਬੜੀ ਵਧੀਆ ਸਾਡੇ ਬਜ਼ੁਰਗਾਂ ਨੇ ਇੱਕ ਉਦਾਹਰਨ ਦਿੱਤੀ ਸੀ, ਕਹਿੰਦੇ ਇਸ ਬੰਦੇ ਦੀ ਹਾਲਤ ਤਾਂ ਕੁੱਤੇ ਦੀ ਹੱਡੀ ਵਾਲੀ ਹੈ। ਵੀ ਤੁਸੀਂ ਕਿਸੇ ਮਾੜੀ ਗੱਲ ਤੋਂ ਇਹਨੂੰ ਰੋਕੋਗੇ, ਇਹ ਨਹੀਂ ਰੁਕੇਗਾ, ਕਿਉਂਕਿ ਇਹਨੂੰ ਇਹਦੇ ਵਿੱਚੋਂ ਰਸ ਆਉਂਦਾ। ਰਸ ਅਸਲ ਦੇ ਵਿੱਚ ਬਾਹਰੋਂ ਨਹੀਂ ਆਉਂਦਾ। ਰਸ ਅਸਲ ਵਿੱਚ ਉਹ ਹੈ ਕਿ ਉਹ ਹੱਡੀ ਮੂੰਹ 'ਚ ਵੱਜਦੀ ਹੈ ਤੇ ਮੂੰਹ 'ਚੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ। ਤੇ ਉਹ ਆਪਣੇ ਹੀ ਖੂਨ ਦਾ ਜਿਹੜਾ ਟੇਸਟ ਹੈ ਉਹ ਫਿਰ ਉਹਦਾ ਰੋਜ਼ ਦਾ ਇੱਕ ਰਸ ਬਣ ਜਾਂਦਾ। ਉਹ ਰੋਜ਼ ਫਿਰ ਇਹੀ ਕੰਮ ਕਰਦਾ ਔਰ ਘੰਟਿਆਂ ਬੱਧੀ ਲੱਗਾ ਰਹਿੰਦਾ। ਉਹ ਫਿਰ ਕੋਲੇਗਾ। ਸ਼ਾਇਦ ਇੱਥੇ ਵੀ ਤੂੰ ਕਿਤੇ ਜਿਹਨੇ ਕੁੱਤੇ ਰੱਖੇ ਹੁਣ ਉਹ ਇਸ ਗੱਲ ਦੀ ਪਰਖ ਵੀ ਕਰ ਸਕਦਾ ਹੈ। ਹੋ ਸਕਦਾ ਇਹਨਾਂ ਰਾਖਸ਼ਾਂ ਦੀ ਵੀ ਹਾਲਤ ਇਹੀ ਹੋਵੇ ਕਿ ਜਦੋਂ ਭੁੱਖ ਲੱਗਦੀ ਹੋਏਗੀ ਉਹੀ ਹੱਡੀ ਚੁੱਕ ਕੇ ਮੂੰਹ 'ਚ ਪਾ ਲੈਂਦੇ ਹੋਣਗੇ। ਹੁਣ ਇਸ ਗੱਲ ਦੇ ਨਾਲ ਇਹਦਾ ਕੋਈ ਸੰਬੰਧ ਤਾਂ ਹੈ ਨਹੀਂ, ਪਰ ਇਹ ਗੱਲ ਜਦੋਂ ਕੋਈ ਅੰਮ੍ਰਿਤ ਛਕਦਾ ਹੈ ਨਾ ਤੇ ਪੰਜ ਪਿਆਰੇ ਉਹਨੂੰ ਕਹਿੰਦੇ ਨੇ ਵੀ ਭਾਈ ਤੂੰ ਗਾਤਰੇ ਕਿਰਪਾਨ ਪਾ ਕੇ ਰੱਖਣੀ ਹੈ। ਕਈ ਤਾਂ ਉੱਥੇ ਹੀ ਬੋਲ ਪੈਂਦੇ ਨੇ, ਕਈ ਫਿਰ ਮੁੜ ਕੇ ਰਾਹ ਕੱਢ ਲੈਂਦੇ ਨੇ। ਉਹ ਕੀ ਕਰਦੇ ਨੇ, ਗਲੇ 'ਚ ਧਾਗਾ ਪਾ ਕੇ ਨਾ ਛੋਟਾ ਜਿਹਾ ਕੰਗਾ, ਛੋਟੀ ਜੀ ਕਿਰਪਾਨ ਉਹ ਗਲੇ 'ਚ ਬੰਨ੍ਹ ਲੈਂਦੇ ਨੇ। ਤੇ ਜੇ ਉਹਨਾਂ ਨੂੰ ਕੋਈ ਕਵੇ ਕੋਈ ਵੀ ਤੇਰੀ ਕਿਰਪਾਨ ਕਿੱਥੇ, ਕਹਿੰਦਾ ਜੀ ਗਲੇ 'ਚ ਪਾਈ ਹੋਈ ਹੈ। ਕੰਗਾ ਕਹਿੰਦਾ ਉਹ ਵੀ ਪਾਇਆ ਹੋਇਆ ਹੈ। ਹੁਣ ਜਿਹੜੇ ਸਿਆਣੇ ਗੁਰਸਿੱਖ ਨੇ ਉਹ ਕਹਿੰਦੇ ਫਿਰ ਇਹ ਨਿੱਕਾ ਜਿਹਾ ਕਸ਼ਹਿਰਾ ਵੀ ਪਾ ਲਾ,
ਵੀ ਕੰਮ ਨਿਬੇੜ ਪਰਾਂ। ਵੀ ਇਸੇ ਧਾਗੇ 'ਚ ਨਿੱਕਾ ਜਿਹਾ ਕਸ਼ਹਿਰਾ ਵੀ ਸੁਆ ਕੇ ਪਾ ਲੈ, ਆਪੇ ਸਿੱਖੀ ਪੂਰੀ ਹੋ ਗਈ। ਪਰ ਦੁੱਖ ਉਦੋਂ ਹੁੰਦਾ ਹੈ ਕਿ ਜਦੋਂ ਲੋਕ ਉਸ ਛੋਟੀ ਜੀ ਕਿਰਪਾਨ ਤੋਂ ਟੁੱਥਪਿਕ ਦਾ ਕੰਮ ਲੈਂਦੇ ਨੇ, ਉਹਦਾ ਗਲ 'ਚ ਸਿੱਖੀ ਬਣਾ ਕੇ ਪਾਈ ਰੱਖਣਗੇ, ਰੋਟੀ ਖਾਣ ਤੋਂ ਬਾਅਦ ਉਹੀ ਧਾਗਾ ਜਿਹਾ ਖਿੱਚਿਆ ਤੋਂ ਦੰਦ ਸਾਫ਼ ਕਰਨ ਲੱਗ ਜਾਣਗੇ। ਇਸ ਕਰਕੇ ਸਾਨੂੰ ਬਹੁਤ ਧਿਆਨ ਰੱਖਣ ਦੀ ਲੋੜ ਹੈ। ਹਾਲਾਂਕਿ ਇਸ ਗੱਲ ਦਾ ਉਸ ਕਥਾ ਨਾਲ ਕੋਈ ਸੰਬੰਧ ਨਹੀਂ, ਪਰ ਉਹ ਗੱਲ ਚੇਤੇ 'ਚ ਆ ਗਈ। ਮੈਂ ਕਿਹਾ ਮੈਂ ਹੁਣ ਬੇਨਤੀ ਕਰ ਹੀ ਦਿਆਂ ਕਿ ਭਾਈ ਗੁਰਸਿੱਖੋ, ਕਿਰਪਾਨ ਨੂੰ ਸਿਰਫ ਗਾਤਰੇ ਵਿੱਚ ਹੀ ਰੱਖਣਾ ਹੈ, ਗਲੇ 'ਚ ਨਹੀਂ ਪਾਉਣਾ। ਜੇ ਤੁਸੀਂ ਗਲੇ 'ਚ ਪਾਓਗੇ ਤਾਂ ਮੈਂ ਵਿਸ਼ਵਾਸ ਨਾਲ ਕਹਿ ਸਕਦਾ 2 4 6 ਮਹੀਨੇ, ਸਾਲ, 2 ਸਾਲ ਬਾਅਦ ਤੁਹਾਨੂੰ ਖੁਦ ਹੀ ਨਹੀਂ ਪਤਾ ਲੱਗਣਾ ਕਿ ਇਹ ਗਲਤੀ ਤੁਹਾਡੇ ਤੋਂ ਕਦੋਂ ਸ਼ੁਰੂ ਹੋ ਗਈ ਕਿ ਗਲ 'ਚ ਪਾਈ ਕਿਰਪਾਨ ਨਾਲ ਤੁਸੀਂ ਦੰਦ ਸਾਫ਼ ਕਰਨੇ ਸ਼ੁਰੂ ਕਰ ਦਿੱਤੇ। ਜਿਵੇਂ ਆਮ ਵੇਖਿਆ ਹੋਏਗਾ, ਅੰਮ੍ਰਿਤਧਾਰੀ ਆਦਮੀ ਨੂੰ ਕਹੋ ਵੀ ਜਾ ਉੱਥੋਂ ਕਰਦ ਲੈ ਕੇ ਆ, ਉਹ ਫਟਾਫਟ ਕਿਰਪਾਨ ਕੱਢੇਗਾ ਵੀ ਲਿਆਓ ਬੋਰੀ ਮੈਂ ਪਾੜ ਦਿੰਦਾ, ਡੱਬਾ ਮੈਂ ਪਾੜ ਦਿੰਦਾ। ਅੱਜ ਕੱਲ੍ਹ ਉਹ ਜਿਹੜੇ ਕਾਰਟੂਨ ਜਿਹੇ ਆਉਂਦੇ ਨੇ ਉਹ 'ਤੇ ਉਹ ਲੱਗੀ ਹੁੰਦੀ ਹੈ ਸੈਲੋ ਟੇਪ, ਪਰ ਉਹਨੂੰ ਸਿੱਖ ਨੂੰ ਕੌਣ ਸਮਝਾਵੇ ਵੀ ਇਹ ਡੱਬੇ ਖੋਲਣ ਲਈ ਮਹਾਰਾਜ ਨੇ ਕਿਰਪਾਨ ਨਹੀਂ ਦਿੱਤੀ ਤੈਨੂੰ, ਇਹ ਸ਼੍ਰੀ ਸਾਹਿਬ ਹੈ। ਇਹਦੇ ਤੋਂ ਚਾਕੂ ਦਾ, ਕਰਦ ਦਾ ਕੰਮ ਤੂੰ ਕਦੇ ਵੀ ਭੁੱਲ ਕੇ ਵੀ ਨਹੀਂ ਲੈ ਸਕਦਾ। ਇਹਦਾ ਅਦਬ, ਇਹਦਾ ਸਨਮਾਨ ਰੱਖਣਾ ਬਹੁਤ ਜ਼ਰੂਰੀ ਹੈ। ਔਰ ਜਿਹੜੇ ਬੜੀ ਨਿਸ਼ਠਾ ਨਾਲ ਸਿੱਖੀ ਸੰਭਾਲਦੇ ਨੇ, ਤੁਸੀਂ ਯਕੀਨ ਕਰਨਾ ਜੇ ਉਹ ਕਦੇ ਸਰੀਰ ਦੀ ਕਿਰਿਆ ਕਰਨ ਵੀ ਜਾਣ ਨਾ ਤਾਂ ਕਿਰਪਾਨ ਨੂੰ ਲਮਕਾ ਕੇ ਨਹੀਂ ਰੱਖਦੇ। ਉਹ ਆਪਣੇ ਗਾਤਰੇ ਨੂੰ ਸੰਕੋਚ ਕੇ ਇੱਥੇ ਮੋਢੇ ਤੇ ਪਾ ਲੈਂਦੇ ਨੇ ਕਿਰਪਾਨ ਨੂੰ, ਵੀ ਕੋਈ ਝੂਠੇ ਮਿੱਠੇ ਹੱਥ ਵੀ ਨਾ ਲੱਗਣ ਇਹਨੂੰ। ਮਰਦਾਨਾ ਦੇਖਤ ਪਇਓ ਨਿਕਸੇ ਮਾਨੋ ਪ੍ਰਾਣ। ਭਾਈ ਮਰਦਾਨੇ ਨੇ ਉਹ ਰਾਖਸ਼ ਵੇਖੇ ਤੇ ਉਹਨੂੰ ਤੇ ਆ ਗਿਆ ਯਾਦ ਕੌਡਾ ਰਾਖਸ਼। ਉਹਨੂੰ ਏਦਾਂ ਲੱਗਾ ਵੀ ਹੁਣ ਤਾਂ ਪ੍ਰਾਣ ਗਏ, ਹੁਣ ਨਹੀਂ ਬਚਦਾ। ਇੱਕ ਹੋਵੇ, 2 ਹੋਣ ਤੇ ਬੰਦਾ ਬਚ ਜਾਏ। ਇਹ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਆ ਗਏ ਨੇ। ਹਾਂਜੀ। ਪੀਤ ਪਇਓ ਕੰਪਤ ਸਰਬੰਗਾ ਮੁਖ ਤੇ ਬੋਲ ਨ ਸਕੇ ਨਿਸੰਗਾ। ਕੰਬਣਾ ਸ਼ੁਰੂ ਹੋ ਗਿਆ, ਹੱਥ ਪੈਰ ਕੰਬਣ ਲੱਗ ਪਏ। ਰੰਗ ਜਿਹੜਾ ਸੀ ਉਹ ਪੀਲਾ ਹੋ ਗਿਆ, ਜਰਦ ਵਾਲਾ। ਜਦੋਂ ਸਾਡਾ ਮਨ ਭੈ ਮੰਨਦਾ ਹੈ ਨਾ, ਤੇ ਸਭ ਤੋਂ ਪਹਿਲਾ ਅਸਰ ਇਹ ਹੁੰਦਾ ਹੈ ਕਿ ਸਾਡੇ ਸਰੀਰ ਦਾ ਰੰਗ ਬਦਲ ਜਾਂਦਾ ਹੈ। ਡਰੇ ਮਨੁੱਖ ਦੀ ਨਿਸ਼ਾਨੀ ਹੁੰਦੀ ਹੈ ਕਿ ਉਹਦੇ ਚਿਹਰੇ ਦੇ ਉੱਪਰ ਪੀਲੀ ਭਾ ਆਏਗੀ। ਇਹ ਅਵਸਥਾ ਜਿਹੜੀ ਹੈ ਭਾਈ ਮਰਦਾਨੇ ਦੀ ਬਣ ਗਈ। ਹਾਂਜੀ। ਮੇਰੇ ਕੁਥਾਏ ਆਏ ਕਰ ਅਬ ਹੀ ਜੀਵਨ ਹੋਏ ਹਮਾਰ ਨ ਕਬਹੀ। ਮਰੇ ਕੁਥਾਏ, ਹੁਣ ਇਹ ਸ਼ਬਦ ਆਸਾ ਕੀ ਵਾਰ ਚ ਵੀ ਆਉਂਦਾ ਹੈ, ਪਰ ਉਹਨੂੰ ਸਾਰੇ ਕੁਝ ਹੋਰ ਹੀ ਪੜ੍ਹੀ ਜਾਂਦੇ ਨੇ। ਇੱਕ ਸ਼ਬਦ ਹੈ ਪੰਜਾਬੀ ਦਾ ਕੁਥਾਂ, ਭੈੜੀ ਥਾਂ। ਜਿਵੇਂ ਥਾਂ ਕਹਿੰਦੇ ਨਾ ਆਪਾਂ, ਜਗ੍ਹਾ। ਕੁਥਾਂ ਦਾ ਅਰਥ ਹੈ, ਇਹ ਅੱਜ ਵੀ ਕਦੇ ਬਹੁਤ ਜਿਹੜੇ ਸਾਡੇ ਟ੍ਰੈਡੀਸ਼ਨਲ ਬਜ਼ੁਰਗ ਨੇ ਉਹਨਾਂ ਨੂੰ ਬੋਲਦਿਆਂ ਸੁਣੋਗੇ, ਉਹ ਕਹਿਣਗੇ ਪੁੱਤਰ ਥਾਂ ਕਥਾਂ ਵੇਖ ਕੇ ਜਾਇਆ ਕਰੋ। ਚੰਗੀ ਮਾੜੀ ਥਾਂ ਤੇ ਕਿਤੇ ਵੀ ਜਾਣਾ ਹੈ ਤੇ ਪਹਿਲਾਂ ਇਸ ਗੱਲ ਦਾ ਨਿਰਣਾ ਕਰੋ। ਭਾਈ ਮਰਦਾਨਾ ਕਹਿਣ ਲੱਗੇ ਮਰੇ ਕੁਥਾਏ ਆਏ ਕਰ ਅਬ ਹੀ ਜੀਵਨ ਹੋਏ ਹਮਾਰ ਨਾ ਕਬ ਹੀ। ਕਹਿਣ ਲੱਗਾ ਬੜੀ ਭੈੜੀ ਥਾਂ ਆ ਗਏ ਆ, ਪਹਾੜੀ ਪਹਾੜ ਨੇ ਹਰ ਪਾਸੇ, ਇੱਥੇ ਮਰਾਂਗੇ ਤੇ ਖਬਰ ਵੀ ਕਿਸੇ ਨੂੰ ਨਹੀਂ ਹੋਣੀ, ਪਤਾ ਨਹੀਂ ਲੱਗਣਾ ਕੌਣ ਕਿੱਥੇ ਮਰ ਗਿਆ। ਕਰ ਕੇ ਸੰਗ ਬਤਾਵਈ ਕਰੋ ਉਪਾਵ ਜੇ ਕੋਏ। ਕਰਕੇ ਸੰਗ ਬਤਾਵਈ, ਹੱਥ ਨਾਲ। ਹੁਣ ਗੁਰੂ ਨਾਨਕ ਸਾਹਿਬ ਨੂੰ ਹੱਥ ਜੋੜਦਾ ਹੈ, ਮੂੰਹ ਤੋਂ ਬੋਲਿਆ ਨਹੀਂ ਜਾਂਦਾ। ਜਦੋਂ ਮਨੁੱਖ ਡਰਦਾ ਹੈ ਨਾ, ਡਰਨ ਦੀ ਵੀ ਇੱਕ ਬਾਡੀ ਲੈਂਗੁਏਜ ਹੈ।
ਹੱਥਾਂ ਪੈਰਾਂ ਦਾ ਕੰਬਣਾ ਸ਼ੁਰੂ ਹੋ ਜਾਣਾ, ਚਿਹਰੇ ਦੇ ਉੱਤੇ ਪੀਲੀ ਭਾਅ ਆ ਜਾਣੀ। ਇਹ ਜਿਹੜੀ ਆਵਾਜ਼ ਹੈ ਇਹ ਆਪਣੇ ਆਪ ਹੀ ਖਤਮ ਹੋ ਜਾਣੀ, ਅਲੋਪ ਹੋ ਜਾਣੀ। ਜੇ ਤੁਸੀਂ ਕਹੋ ਨਾ ਵੀ ਡਰ ਕੇ ਆਦਮੀ ਬੋਲਦਾ ਹੈ, ਜਦੋਂ ਅਤ ਜ਼ਿਆਦਾ ਡਰੇਗਾ ਨਾ ਉਦੋਂ ਚੀਕ ਨਹੀਂ ਨਿਕਲਦੀ, ਉਦੋਂ ਉੱਚੀ ਰੋੜਾ ਨਹੀਂ ਨਿਕਲ ਪਾਏਗਾ। ਕਹਿੰਦੇ ਭਾਈ ਮਰਦਾਨੇ ਤੋਂ ਬੋਲਿਆ ਨਹੀਂ ਜਾ ਰਿਹਾ, ਹੱਥ ਜੋੜ ਕੇ ਸਤਿਗੁਰੂ ਨੂੰ ਕਹਿੰਦਾ ਹੈ, ਕਰਕੇ ਸੰਗ ਬਤਾਵਈ ਕਰੋ ਉਪਾਏ ਜੇ ਕੋਏ, ਵੀ ਬਾਬਾ ਹੁਣ ਉਪਾਅ ਕਰ, ਕੋਈ ਰਕਸ਼ਾ ਕਰ ਕਿ ਜ਼ਿੰਦਗੀ ਜਾਨ ਹਜਾਤੀ ਬਚ ਜਾਏ। ਹਾਂਜੀ, ਰਾਖਸ਼ ਖੈ ਹੈ ਆਣ ਕਰ, ਨਿਸਚੈ ਮ੍ਰਿਤ ਅਬ ਹੋਏ। ਇਹ ਰਾਖਸ਼ ਜ਼ਰੂਰ ਖਾਣਗੇ। ਹੁਣ ਮੌਤ ਜਿਹੜੀ ਉਹ ਬਿਲਕੁਲ ਨਿਸ਼ਚਿਤ ਹੈ, ਬਚਾ ਹੋ ਹੀ ਨਹੀਂ ਸਕਦਾ। ਹਾਂਜੀ, ਜਿਉਂ ਜਿਉਂ ਰਾਖਸ਼ ਢਿੱਗ ਚੱਲ ਆਵੇ, ਤਿਉ ਮਰਦਾਨਾ ਸੋ ਕੱਚੇ ਹੋ ਜਾਵੇ। ਜਿਵੇਂ ਜਿਵੇਂ ਰਾਖਸ਼ ਅੱਗੇ ਆਉਂਦਾ ਹੈ, ਤਿਵੇਂ ਤਿਵੇਂ ਭਾਈ ਮਰਦਾਨਾ ਜਿਹੜੇ ਨੇ ਉਹ ਤਾਂ ਆਪਣੇ ਸਰੀਰ ਨੂੰ ਵੀ ਸੰਕੋਚਣ ਲੱਗ ਗਏ। ਜਦੋਂ ਕੋਈ ਲੋਕ ਡਰਾਉਣੀ ਫਿਲਮ ਵੇਖਦੇ ਨੇ ਨਾ, ਇਹ ਗੱਲਾਂ ਤੁਸੀਂ ਅੱਜ ਨਹੀਂ ਪਹਿਲਾਂ ਬਹੁਤ ਵਾਰੀ ਸੁਣੀਆਂ ਹੋਣਗੀਆਂ ਕਿ ਬੰਦਾ ਕੋਈ ਫਿਲਮ ਵੇਖਣ ਚਲਾ ਗਿਆ ਤੇ ਜਦੋਂ ਫਿਲਮ 'ਚ ਗੋਲੀ ਚੱਲੇ ਤੇ ਕਹਿੰਦੇ ਫਿਰ ਕੁਰਸੀ ਤੋਂ ਸਿਰ ਥੱਲੇ ਕਰ ਲਿਆ ਕਰੇ। ਉਹਨੂੰ ਨਾਲ ਦਾ ਪੁੱਛਦਾ ਵੀ ਇਹ ਕੀ ਕਰਦਾ, ਕਹਿੰਦਾ ਜੇ ਮੇਰੇ ਵਾਜੇ ਫਿਰ। ਉਹ ਇਹ ਵੀ ਭੁੱਲ ਗਿਆ ਵੀ ਮੈਂ ਫਿਲਮ ਵੇਖ ਰਿਹਾ। ਜਦੋਂ ਅਸੀਂ ਡਰਦੇ ਹਾਂ ਤੇ ਉਦੋਂ ਅਸੀਂ ਆਪਣੇ ਆਪ ਨੂੰ ਸੰਕੋਚਦੇ ਹਾਂ, ਬੈਠੇ ਬੈਠੇ ਅਸੀਂ ਆਪਣੇ ਆਪ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਭਾਈ ਮਰਦਾਨਾ ਆਪਣੇ ਆਪ ਨੂੰ ਸੰਕੋਚਦਾ ਹੈ। ਜਿਉਂ ਜਿਉਂ ਰਾਕਸ਼ ਢਿੱਗ ਚੱਲ ਆਵੇਂ, ਤਿਉ ਮਰਦਾਨਾ ਸੁੱਕ ਚਿਉ ਜਾਵੇ। ਸੁੰਗੜਨਾ ਸ਼ੁਰੂ ਹੋ ਗਿਆ, ਆਪਣੇ ਹੱਥ ਪੈਰ ਉਹਨੇ ਹੋਰ ਨੇੜੇ ਕਰਨੇ ਸ਼ੁਰੂ ਕਰ ਦਿੱਤੇ। ਹਾਂਜੀ, ਭਾਗਣ ਚਾਹੇ ਨਾ ਉਠ ਤਬ ਸਕਈ, ਹਮ ਨਹਿ ਦੇਖੇ ਇਤ ਉਤ ਤਕਈ। ਕਹਿੰਦੇ ਮਨ ਵਿੱਚ ਆਇਆ ਵੀ ਮੈਂ ਭੱਜ ਜਾਵਾਂ, ਪਰ ਉੱਠਿਆ ਨਹੀਂ ਗਿਆ ਤੇ ਇੱਧਰ ਉੱਧਰ ਵੇਖਦਾ ਹੈ ਵੀ ਮੈਨੂੰ ਕਿਸੇ ਨੇ ਵੇਖਿਆ ਤੇ ਨਹੀਂ। ਆਪਣੇ ਆਪੇ ਨੂੰ ਸੰਭਾਲਦਾ ਹੈ ਤੇ ਵੀ ਕੋਸ਼ਿਸ਼ ਕਰਦਾ ਵੀ ਮੈਂ ਵੇਖਾਂ ਵੀ ਮੇਰੇ ਵੱਲ ਕੋਈ ਵੇਖ ਤਾਂ ਨਹੀਂ ਰਿਹਾ। ਹਾਂਜੀ, ਇਸ ਬਿਦ ਦੇਖਿਓ ਦਇਆ ਆਵਾਸਾ, ਭੈ ਖੰਡਨ ਹਿਤ ਬਚਨ ਪ੍ਰਕਾਸ਼ਾ। ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਵੇਖ ਲਿਆ ਵੀ ਮਰਦਾਨੇ ਦੀ ਹਾਲਤ ਤੇ ਬਹੁਤ ਮਾੜੀ ਹੋ ਗਈ, ਵੀ ਉਹਨਾਂ ਵੀ ਕਿਤੇ ਉਦਾਂ ਹੀ ਦਮ ਘੁੱਟ ਜਾਏ। ਇਹ ਵੀ ਹੈ, ਕਈ ਵਾਰੀ ਡਰ ਨਾਲ ਹਾਰਟ ਵੀ ਫੇਲ ਹੋ ਜਾਂਦਾ ਹੈ, ਬੰਦੇ ਡਰ ਨਾਲ ਹੀ ਮਰ ਜਾਂਦੇ ਨੇ। ਅੱਜ ਤੁਸੀਂ ਯਕੀਨ ਕਰਨਾ, ਅੱਜ ਬਹੁਤ ਸਾਰੇ ਲੋਕਾਂ ਦੀ ਮੌਤ ਦਾ ਕਾਰਨ ਕਰੋਨਾ ਨਹੀਂ ਹੈ, ਕਰੋਨੇ ਦਾ ਭੈ ਹੈ। ਔਰ ਮੈਂ ਅੱਜ ਵੀ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹ ਗੱਲ ਹਕੀਕਤਨ ਗੱਲ ਠੀਕ ਹੈ। ਤੁਸੀਂ ਸੁਣਿਆ ਕਿਸੇ ਰਹਿਣ ਬਸੇਰੇ 'ਚ ਕਰੋਨਾ ਆਇਆ? ਗਰੀਬਾਂ ਦੀ ਕਲੋਨੀ 'ਚ ਵੜਦਾ ਹੀ ਨਹੀਂ, ਉਹ ਸਭ ਅਮੀਰਾਂ ਦੇ ਘਰਾਂ 'ਚ ਗਿਆ। ਔਰ ਉਹਨੇ ਗੱਲ ਵੀ ਬੜੀ ਸੋਹਣੀ ਕਹੀ। ਉਹ ਕਹਿੰਦੇ ਅਸਲ ਵਿੱਚ ਕਰੋਨਾ ਬਾਹਰੋਂ ਆਇਆ ਤੇ ਅਮੀਰ ਹੀ ਲਿਆਏ ਨੇ, ਗਰੀਬ ਤੇ ਜਹਾਜ਼ ਤੇ ਚੜ੍ਹੇ ਹੀ ਨਹੀਂ। ਅਮੀਰ ਅਮੀਰਾਂ ਦੇ ਨਾਲ ਅਸੀਂ ਪਤਾ ਕੀ ਅਸੀਂ ਸੰਕੋਚ ਕਰ ਰਹੇ ਗਰੀਬਾਂ ਤੋਂ। ਅਮੀਰ ਆਦਮੀ ਨਾਲ ਬਿਜ਼ਨਸ ਮੀਟਿੰਗ ਕਰਨ ਲੱਗਿਆ, ਉਹਦੇ ਨਾਲ ਲੰਚ ਡਿਨਰ ਕਰਨ ਲੱਗਿਆ, ਉਹ ਆਪ ਸੰਕੋਚ ਨਹੀਂ ਕਰਦਾ। ਆਪੇ ਸਾਰੇ ਹੁਣ ਰੈਸਟੋਰੈਂਟਾਂ 'ਚ ਭੱਜੇ ਫਿਰਦੇ ਨੇ, ਸੋਚਦੇ ਨੇ ਵੀ ਕਰੋਨਾ ਗਰੀਬ ਚੁੱਕੀ ਫਿਰਦੇ ਨੇ। ਗਰੀਬ ਕੋਲ ਕਰੋਨਾ ਕਿੱਥੋਂ ਆਉਣਾ ਹੈ? ਕਰੋਨਾ ਤਾਂ ਚਾਈਨਾ ਤੋਂ ਆਉਣਾ ਹੈ ਜਾਂ ਅਮਰੀਕਾ ਤੋਂ ਆਏਗਾ। ਕੋਈ ਜਹਾਜ਼ ਤੇ ਚੜ੍ਹ ਕੇ ਲੈ ਕੇ ਆਏਗਾ ਕਰੋਨੇ ਨੂੰ, ਕਰੋਨਾ ਤੁਰ ਕੇ ਤਾਂ ਆਉਂਦਾ ਨਹੀਂ ਭਾਈ। ਸਾਨੂੰ ਖੁਦ ਨਹੀਂ ਸਮਝ ਆ ਰਹੀ ਵੀ ਇਹਦਾ ਰੂਟ ਕੀ ਹੈ। ਗਰੀਬ ਆਦਮੀ ਕੋਲ ਤੇ ਆ ਜਾਵੇ ਤੇ ਕਰੋਨਾ ਵੈਸੇ ਹੀ ਰੁਲ ਕੇ ਮਰ ਜਾਂਦਾ ਵਿਚਾਰਾ। ਚੌਥੇ ਪੰਜਵੇਂ ਦਿਨ ਕਰੋਨਾ ਉਹਦੇ ਹੀ ਛੱਡ ਕੇ ਉਹਨੂੰ ਭੱਜ ਜਾਂਦਾ ਹੈ। ਉਹਨੂੰ ਫਿਰ ਡਾਕਟਰ ਕਹਿੰਦੇ ਨੇ ਵੀ ਤੇਰੇ ਕੋਲ ਆਇਆ ਸੀਗਾ ਪਰ ਚਲਾ ਗਿਆ। ਉਹਨੂੰ ਪਤਾ ਲੱਗਾ ਵੀ ਇੱਥੇ 14 ਦਿਨ ਰਹਿਣ ਜੋਗੀ ਥਾਂ ਹੀ ਹੈ ਨਹੀਂ। ਮੈਨੇ ਕਿਹੜਾ ਮੁੜ ਕੇ ਕੋਈ ਕਾੜੇ ਪੀਣੇ ਨੇ, ਕੋਈ ਤੱਤੇ ਠੰਡੇ ਪਾਣੀ ਪੀਣੇ ਨੇ ਤੇ ਮੈਨੂੰ ਸੜਕ ਤੇ ਫੇਰਨਾ ਹੈ। ਉਹ ਕਹਿੰਦਾ ਚਲੋ ਚੱਲਦੇ, ਕਿਸੇ ਅਮੀਰ ਕੋਲੇ ਚੱਲਦੇ ਆ।
ਕਿਤੇ 5 ਸਟਾਰ ਹੋਟਲ ਵਰਗੇ ਕਿਸੇ ਹਸਪੀਟਲ 'ਚ ਲੈ ਕੇ ਬਵੇਗਾ ਮੈਨੂੰ। ਆਓ ਆਪਾਂ ਹਿੰਮਤ ਕਰੀਏ। ਮੇਰੇ ਇਹ ਰੋਜ਼ ਬੇਨਤੀ ਕਰਨ ਦਾ ਭਾਵ ਇਹ ਨਹੀਂ ਕਿ ਮੈਂ ਤੁਹਾਨੂੰ ਡਰਾ ਰਿਹਾ, ਮੈਂ ਕਹਿੰਦਾ ਆਪਣੇ 'ਚ ਵਿਲ ਪਾਵਰ ਲੈ ਕੇ ਆਓ, ਦੂਰੀ ਬਣਾ ਕੇ ਰੱਖੋ, ਮੂੰਹ ਢੱਕ ਕੇ ਰੱਖੋ। ਪਰ ਇਹਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਇੰਨੇ ਡਰ ਜਾਓ ਕਿ ਕਰੋਨਾ ਆਵੇ ਨਾ ਆਵੇ ਤੇ ਆਪਾਂ ਮਾਰੀ ਜਾਈਏ। ਭਾਈ ਮਰਦਾਨੇ ਨੂੰ ਕੁਝ ਨਹੀਂ ਹੋਇਆ, ਡਰ ਗਿਆ। ਵੇਖੋ ਕਥਾ ਕੈਸੀ ਹੈ। ਇਸ ਬਿਦ ਦੇਖਿਓ ਦਇਆ ਆਵਾਸਾ। ਦਇਆ ਕਹਿੰਦੇ ਨੇ ਮਿਹਰ ਨੂੰ, ਆਵਾਸ ਕਹਿੰਦੇ ਨੇ ਘਰ ਨੂੰ। ਦਇਆ ਦੇ ਘਰ ਗੁਰੂ ਨਾਨਕ ਨੇ ਵੇਖਿਆ ਵੀ ਮਰਦਾਨੇ ਦਾ ਤੇ ਰੰਗ ਵੀ ਪੀਲਾ ਹੋ ਗਿਆ। ਇਹਨੇ ਤੇ ਆਪਣੇ ਆਪ ਨੂੰ ਵੀ ਸੰਕੋਚ ਲਿਆ। ਵੇਖੋ ਜਿਵੇਂ ਮੈਂ ਹੁਣ ਬੈਠਾ, ਤੇ ਜਦੋਂ ਮੈਂ ਡਰਾਂਗਾ ਫਿਰ ਇਦਾਂ ਨਹੀਂ ਬਵਾਂਗਾ, ਫਿਰ ਮੈਂ ਇਦਾਂ ਇਸ ਤਰ੍ਹਾਂ ਇਕੱਠਾ ਹੁੰਦਾ ਤੁਰਿਆ ਜਾਵਾਂਗਾ। ਹੌਲੀ ਹੌਲੀ ਗੋਡੇ ਵੀ ਜੁੜ ਜਾਣਗੇ, ਗੋਡਿਆਂ ਦੇ ਬਾਹਾਂ ਵੀ ਲਵੇਟੀਆਂ ਜਾਣਗੀਆਂ। ਜਦੋਂ ਭਾਈ ਮਰਦਾਨੇ ਦੀ ਇਹ ਹਾਲਤ ਵੇਖੀ, ਭੈ ਖੰਡਨ ਹਿਤ ਬਚਨ ਪ੍ਰਕਾਸ਼ਾ, ਫਿਰ ਸੱਚੇ ਪਾਤਸ਼ਾਹ ਨੇ ਮਰਦਾਨੇ ਦਾ ਡਰ ਮਕਾਉਣ ਵਾਸਤੇ ਆਪਣੇ ਮੁਖ ਤੋਂ ਬਾਣੀ ਆਖੀ ਹੈ। ਸਤਿਗੁਰੂ ਜੀ ਨੇ ਬਚਨ ਬੋਲੇ ਨੇ। ਹਾਂਜੀ, ਮਰਦਾਨੇ ਔਰ ਧੀਰਜ ਧਰੀਐ, ਸ਼੍ਰੀ ਪ੍ਰਭ ਕੋ ਮੁਖ ਨਾਮ ਉਚਾਰੀਐ। ਮਰਦਾਨਿਆਂ ਡਰਨ ਦਾ ਤਾਂ ਕੋਈ ਹੁਣ ਇਲਾਜ ਨਹੀਂ ਹੈਗਾ, ਡਰਨਾ। ਹਾਂ, ਇਸ ਵਕਤ ਜੇ ਤੂੰ ਕੁਝ ਕਰ ਸਕਦਾ ਹੈ ਤੇ ਆਪਣੇ ਮੁਖ ਤੋਂ ਸਤ ਕਰਤਾਰ ਕਹਿ, ਰੱਬ ਦਾ ਨਾਮ ਲੈ। ਇਹ ਗੱਲ ਹਰ ਸਿੱਖ ਨੂੰ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਹਰ ਹਰ ਨਾਮ ਜਪੰਤਿਆਂ ਕਛ ਨਾ ਕਹੈ ਜਮ ਕਾਲ। ਪਰਮੇਸ਼ਰ ਪਰਮਾਤਮਾ ਦਾ ਜਿਹੜਾ ਨਾਮ ਹੈ, ਅਸਲ ਵਿੱਚ ਇਹ ਸਾਰੇ ਦੁੱਖਾਂ ਦਾ ਇੱਕੋ ਹੀ ਦਾਰੂ ਹੈ। ਦੁੱਖ ਭੰਜਨ ਤੇਰਾ ਨਾਮ ਜੀ। ਸਤਿਗੁਰੂ ਕਹਿਣ ਲੱਗੇ ਮਰਦਾਨਿਆਂ ਨਾਮ ਸਿਮਰ, ਸ਼੍ਰੀ ਪ੍ਰਭ ਕੋ ਮੁਖ ਨਾਮ ਉਚਰੀਏ, ਮਰਦਾਨੇ ਔਰ ਧੀਰਜ ਧਰੀਏ। ਕਹਿੰਦੇ ਮਰਦਾਨਿਆਂ ਹੌਸਲਾ ਕਰ, ਉਹ ਨਾ ਹੋਵੇ ਰਾਖਸ਼ਾਂ ਦੇ ਚਰਨਾਂ ਵਿੱਚ ਢਹਿਣ ਤੋਂ ਪਹਿਲਾਂ ਤੂੰ ਢਹਿ ਪਵੇਂ। ਹਿੰਮਤ ਕਰ, ਹੌਸਲਾ ਕਰ। ਹਾਂਜੀ, ਨਿਰਪੈ ਹਵੈ ਕਰ ਦੇਖ ਤਮਾਸ਼ਾ, ਯੋਂ ਕਹਿ ਤੂਸ਼ਣ ਭੇ ਸੁਖ ਰਾਸਾ। ਸਤਿਗੁਰੂ ਕਹਿਣ ਲੱਗੇ ਮਰਦਾਨਿਆਂ ਤਮਾਸ਼ਾ ਵੇਖ। ਅਸਲ ਵਿੱਚ ਦੁਨੀਆ ਇੱਕ ਤਮਾਸ਼ਾ ਹੈ, ਇਹ ਹਕੀਕਤ ਹੈ। ਗੁਰੂ ਕਲਗੀਧਰ ਪਿਤਾ ਦੇ ਜਿਹੜੇ ਬਚਨ ਨੇ ਨਾ, ਦੇਖਣ ਆਇਓ ਜਗਤ ਤਮਾਸ਼ਾ। ਸਤਿਗੁਰੂ ਦੀ ਬਾਣੀ 'ਚ ਵੀ ਲਿਖਿਆ ਕਿ ਆਵਣ ਜਾਣ ਇੱਕ ਖੇਲ ਬਣਾਇਆ। ਇੱਕ ਖੇਡ ਹੈ, ਤਮਾਸ਼ਾ ਵੀ, ਤਮਾਸ਼ੇ ਨੂੰ ਵੀ ਅਸੀਂ ਖੇਡ ਹੀ ਕਹਿੰਦੇ ਆ। ਇੱਕ ਖੇਡ ਹੈ, ਇੱਕ ਤਮਾਸ਼ਾ ਹੈ, ਬਾਕੀ ਕੁਝ ਵੀ ਨਹੀਂ ਹੈ। ਸਾਨੂੰ ਲੱਗਦਾ ਵੀ ਬੜੀਆਂ ਬੜੀਆਂ ਵੱਡੀਆਂ ਗੱਲਾਂ ਹੋ ਰਹੀਆਂ ਨੇ, ਸਾਨੂੰ ਨਹੀਂ ਪਤਾ ਇਸ ਧਰਤੀ ਤੇ ਕਿੱਡੇ ਕਿੱਡੇ ਬੰਦੇ ਆ ਕੇ ਚਲੇ ਗਏ। ਇਹ ਅਸਲ ਵਿੱਚ ਇਹ ਸਕਲ ਕਾਲ ਕਾ ਕੀਆ ਤਮਾਸ਼ਾ, ਇਹ ਸਮੇਂ ਦਾ ਇੱਕ ਤਮਾਸ਼ਾ ਹੀ ਸੀ। ਆਇਆ ਬੰਦਾ ਚਲਾ ਗਿਆ। ਇੱਕ ਵੇਲਾ ਸੀ, ਸ਼ਾਇਦ ਅਸੀਂ ਸੋਚਦੇ ਸਾਂ ਵੀ ਇਹ ਬੰਦੇ ਕਦੋਂ ਖਤਮ ਹੋਣਗੇ, ਪਰ ਪਤਾ ਹੀ ਨਹੀਂ ਲੱਗਾ ਕਿ ਇਸ ਜ਼ਮੀਨ ਨੇ ਕਿ ਕਿੱਦਾਂ ਕਿੱਦਾਂ ਦੇ ਆਸਮਾਨ ਜਿਹੜੇ ਨੇ ਉਹ ਖਾ ਲਏ ਨੇ। ਉੱਚੀਆਂ ਉੱਚੀਆਂ ਕੁੱਲੇ ਵਾਲੀਆਂ ਪਗੜੀਆਂ ਬੰਨਣ ਵਾਲੇ ਲੋਕ ਕਿੱਧਰ ਚਲੇ ਗਏ? ਵੱਡੇ ਵੱਡੇ ਆਪਣੇ ਤਾਜ ਪਹਿਨਣ ਵਾਲੇ ਲੋਕ ਕਿੱਧਰ ਚਲੇ ਗਏ? ਕੁੱਲਾ ਹੁੰਦਾ ਇਸ ਪੱਗ ਦੇ ਵਿੱਚ ਨਾ ਇੱਕ ਟੋਪੀ ਜੀ ਰੱਖਣੀ ਵਿੱਚ, ਖਾਸ ਕਰਕੇ ਜਿਹੜੇ ਪਾਕਿਸਤਾਨੀ ਹਿੰਦੂ ਵੀਰ ਨੇ। ਕੱਲ ਵੀ ਇੱਕ ਬਜ਼ੁਰਗ ਆਇਆ ਸੀ, ਪਰ ਹੈ ਬੜਾ ਪਿਆਰ ਵਾਲਾ ਸੀ। ਉਹਦਾ ਦਿਲ ਕਰਦਾ, ਮੇਰੇ ਖਿਆਲ ਉਹਦਾ ਦਿਲ ਕੀ ਕਰਦਾ ਵੀ ਜੇ ਉਹਨੂੰ ਨਾ ਫੜਦੇ ਤਾਂ ਤਾਬਾ ਚੜ੍ਹ ਗਿਆ ਸੀ। ਉਹ ਤਾਂ ਉਹ ਉਰਦੂ ਦੀ ਜਨਮ ਸਾਖੀ ਵੀ ਲੈ ਕੇ ਆਇਆ। ਉਹ ਕਹਿੰਦਾ ਮੈਂ ਰੋਜ਼ ਕਥਾ ਸੁਣਦਾ, ਡੇਲੀ ਫੋਨ ਤੇ ਸੁਣਦਾ ਹੋਣਾ।
ਸਤਿਗੁਰੂ ਕਹਿਣ ਲੱਗੇ ਮਰਦਾਨਿਆ ਧੀਰਜ ਕਰ, ਨਿਰਭੈ ਹਵੈ ਕਰ ਦੇਖ ਤਮਾਸ਼ਾ, ਜੋ ਕਹਿ ਤੂਸ਼ਣ ਭੇ ਸੁਖ ਰਸ। ਬਸ ਇੰਨੇ ਬਚਨ ਸਤਿਗੁਰੂ ਜੀ ਨੇ ਕਹਿ, ਫਿਰ ਸਤਿਗੁਰੂ ਜੀ ਚੁੱਪ ਕਰ ਗਏ। ਹਾਂਜੀ। ਤਿਨ ਮਹਿ ਹੁਤੋ ਜੋ ਰਾਖਸ਼ ਰਾਊ, ਹਮ ਕੋ ਦੇਖ ਭਇਓ ਹਰ ਖਾਊ। ਰਾਖਸ਼ਾਂ ਦਾ ਰਾਜਾ ਜਿਹੜਾ ਸੀ ਉਹ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ। ਉਹਨੂੰ ਤੇ ਚਾਅ ਚੜ ਗਿਆ ਵੀ ਇੱਕ ਨਹੀਂ, ਦੋ ਨਹੀਂ, 3 ਬੰਦੇ ਮਿਲ ਗਏ ਖਾਣ ਵਾਸਤੇ ਅੱਜ। ਇਹ ਤੇ ਇਵੇਂ ਹੀ ਹੈ ਜਿਵੇਂ ਬੰਦਾ ਕਹਿੰਦਾ ਹੁਣ ਬੰਦੇ ਜਿਹੜੇ ਸ਼ਿਕਾਰੀ ਨੇ, ਅਗਰ ਉਹਨਾਂ ਨੂੰ ਤਾਜ਼ਾ ਸ਼ਿਕਾਰ ਮਿਲ ਜੇ ਤਾਂ ਕਿੰਨੀ ਖੁਸ਼ੀ ਹੁੰਦੀ ਹੋਏਗੀ। ਇਹ ਅਵਸਥਾ ਰਾਖਸ਼ਾਂ ਦੀ ਹੋਏਗੀ। ਹਾਂਜੀ। ਨਿਜ ਸਹਿਣਾ ਸੰਗ ਬੋਲਿਓ ਬਾਨੀ, ਹਿੰਸਾ ਮਹਿ ਜਹ ਚਾਹੇ ਮਹਾਨੀ। ਆਪਣੇ ਸੈਨਾ ਦੇ ਲੋਕਾਂ ਨੂੰ ਕਹਿਣ ਲੱਗਾ ਕਿ ਆਹ ਵੇਖੋ ਅੱਜ ਸਾਡੇ 3 ਸ਼ਿਕਾਰ ਸਾਨੂੰ ਲੱਭ ਗਏ, ਕਿਉਂਕਿ ਉਹਨਾਂ ਦੀ ਰੁਚੀ, ਉਹਨਾਂ ਦਾ ਧਿਆਨ, ਉਹਨਾਂ ਦੀ ਜਿਹੜੀ ਪ੍ਰਕਿਰਿਆ ਹੈ ਉਹ ਹੈ ਹੀ ਹਿੰਸਾ। ਰਾਖਸ਼ ਨੇ ਮਾਰੇ ਬਿਨਾਂ ਤੇ ਕੀ ਖਾਣਗੇ ਉਹ? ਉਹਨਾਂ ਦਾ ਤੇ ਰੋਜ਼ ਦਾ ਕਰਮ ਹੀ ਇਹ ਹੈ ਕਿ ਉਹਨਾਂ ਨੇ ਕਿਸੇ ਨਾ ਕਿਸੇ ਨੂੰ ਮਾਰ ਕੇ ਹੀ ਖਾਣਾ ਹੈ। ਹਾਂਜੀ। ਚਿਰੰਕਾਲ ਮੈਂ ਭਲੋ ਸ਼ਿਕਾਰਾ, ਮਾਨਖ ਆਮਖ ਬਣਾ ਆਹਾਰਾ। ਉਹ ਆਪਣੇ ਸਾਥੀਆਂ ਨੂੰ ਕਹਿੰਦਾ ਹੈ ਵੀ ਅੱਗੇ ਤੇ ਆਪਾਂ ਪੰਛੀ ਜਾਨਵਰ ਹੀ ਖਾਂਦੇ ਸੀ, ਲੈ ਵੀ ਬੜੇ ਚਿਰ ਬਾਅਦ ਬੰਦੇ ਮਿਲੇ ਨੇ, ਅੱਜ ਬੰਦੇ ਖਾਵਾਂਗੇ, ਮਨੁੱਖੀ ਮਾਸ ਖਾਵਾਂਗੇ। ਦੁਨੀਆ ਦੇ ਵਿੱਚ ਹਜ਼ਾਰ ਹਜ਼ਾਰ ਕਿਸਮ ਦਾ ਮਾਸ ਹੈ। ਇਹ ਤਾਂ ਤੁਸੀਂ ਵਿਦੇਸ਼ਾਂ ਦੇ ਸਟੋਰਾਂ ਤੇ ਜਾਓਗੇ ਫਿਰ ਪਤਾ ਲੱਗਦਾ ਹੈ। ਬਕਾਇਦਾ ਵੱਖਰੇ ਵੱਖਰੇ ਸੈਕਸ਼ਨ ਬਣੇ ਹੋਏ ਨੇ, ਔਰ ਤੁਰਦਾ ਤੁਰਦਾ ਬੰਦਾ ਥੱਕ ਜਾਂਦਾ ਹੈ ਵੇਂਦਿਆ ਵੀ ਕਿੱਦਾਂ ਕਿੱਦਾਂ ਦੇ ਮਾਸ ਨੇ। ਖਾਣ ਵਾਲੇ ਵੀ ਅਜੀਬੋ ਗਰੀਬ ਦੁਨੀਆ ਹੈ ਭਾਈ। ਲੋਕ ਸੱਪ ਵੀ ਖਾਈ ਜਾਂਦੇ ਨੇ, ਚੂਹੇ ਵੀ ਖਾਈ ਜਾਂਦੇ ਨੇ, ਕਾਕਰੋਚ ਵੀ ਖਾਈ ਜਾਂਦੇ ਨੇ। ਅਸੀਂ ਤੇ ਪਿੰਡਾਂ ਥਾਵਾਂ 'ਚ ਵੱਧ ਤੋਂ ਵੱਧ ਇਹੀ ਸੁਣਿਆ ਸੀ, ਜਿਵੇਂ ਨਾਗਾਲੈਂਡ ਦੀ ਫੌਜ ਜਦੋਂ ਪੰਜਾਬ 'ਚ ਗਈ ਤਾਂ ਸਾਰੇ ਕੁੱਤੇ ਹੀ ਖਾ ਗਈ, ਲੱਭਣ ਨਾ। ਉਹ ਬਾਬਰੀਏ ਰੇਹੜੀਆਂ ਵਾਲੇ ਆਉਂਦੇ ਸੀ ਤੇ ਸਾਨੂੰ ਪਤਾ ਲੱਗ ਜਾਂਦਾ ਸੀ, ਬਿੱਲੇ ਬੁੱਲੇ ਪਿੰਡ 'ਚੋਂ ਮੁੱਕ ਜਾਂਦੇ ਹੁੰਦੇ ਸੀ। ਨਹੀਂ ਤਾਂ ਆਮ ਲੋਕ ਤੇ ਕੁੱਕੜ ਮੁਰਗੀ ਖਾਂਦੇ ਨੇ, ਬੱਕਰੇ ਖਾ ਲਏ, ਕਿਸੇ ਨੇ ਭੇਡਾਂ ਖਾ ਲਈਆਂ, ਸੂਰ ਖਾ ਲਏ। ਸਾਨੂੰ 4 5 6 ਚੀਜ਼ਾਂ ਦਾ ਹੀ ਪਤਾ ਹੈ, ਪਰ ਦੁਨੀਆ ਦੇ ਵਿੱਚ ਹਜ਼ਾਰਾਂ ਹਜ਼ਾਰਾਂ ਕਿਸਮ ਦਾ ਲੋਕ ਆਮਕ ਖਾਂਦੇ ਨੇ, ਮਾਸ ਖਾਂਦੇ ਨੇ। ਉਹ ਰਾਖਸ਼ ਕਹਿਣ ਲੱਗੇ ਵੀ ਅੱਜ ਮਨੁੱਖੀ ਮਾਸ ਖਾਵਾਂਗੇ। ਬੜਾ ਖੁਸ਼ ਆਪਣੇ ਸਾਥੀਆਂ ਨੂੰ ਕਹਿਣ ਲੱਗਾ ਵੀ ਬੜੀ ਦੇਰ ਬਾਅਦ ਇਹ ਭੋਜਨ ਮਿਲਿਆ ਮਨੁੱਖੀ ਮਾਸ ਵਾਲਾ। ਹਾਂਜੀ। ਗਿਰ ਕੇ ਤਰ ਤੀਨੋ ਨਰ ਬੈਸੇ, ਜਾਏ ਗਹੋ ਭਾਖੇ ਨਹਿ ਜੈਸੇ। ਉਹ ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ ਵੀ ਉਹ 3 ਬੰਦੇ ਪਹਾੜ ਦੇ ਥੱਲੇ ਬੈਠੇ ਨੇ, 3 ਹੀ ਪਕੜ ਲਓ, ਪਰ ਧਿਆਨ ਕਰਿਓ ਵੀ ਭੱਜ ਨਾ ਜਾਣ, ਕਿਤੇ ਛੁਪ ਨਾ ਜਾਣ ਕਿਤੇ। ਹਾਂਜੀ। ਸੁਣ ਕਰ ਨਿਜ ਭੂਪਤ ਕੇ ਬੈਨਾ, ਤ੍ਰੈ ਰਾਖਸ਼ ਆਏ ਤਜ ਸੈਨਾ। ਫਿਰ 3 ਰਾਖਸ਼ ਇਹਨਾਂ 3 ਵਿਅਕਤੀਆਂ ਨੂੰ ਫੜਨ ਵਾਸਤੇ ਆਪਣੀ ਫੌਜ ਤੋਂ ਬਾਹਰ ਨਿਕਲੇ, ਅੱਗੇ ਵਧੇ ਨੇ। ਹਾਂਜੀ। ਜਹ ਬੈਸੇ ਬੇਦੀ ਕੁਲ ਦੀਪਾ, ਜਬ ਹੀ ਪਹੁੰਚੇ ਆਣ ਸਮੀਪਾ। ਉਹ ਤਿੰਨੋਂ ਰਾਖਸ਼ ਉੱਥੇ ਆ ਗਏ ਜਿੱਥੇ ਗੁਰੂ ਨਾਨਕ ਸਾਹਿਬ ਬੇਦੀ ਕੁਲ ਦੇ ਦੀਪਕ ਸਤਿਗੁਰੂ ਬੈਠੇ ਸਨ। ਹਾਂਜੀ। ਤਹ ਛਿਨ ਆਂਦ ਭਏ ਮਤ ਬੂਡੇ, ਚਲਣ ਪੰਦ ਨ ਪਾਵੇ ਢੂੰਡੇ। ਹੁਣ ਇਹਨੂੰ ਰੱਬ ਕਹਿੰਦੇ ਨੇ। ਜਦੋਂ ਨੇੜੇ ਆ ਗਏ ਤੇ ਅੱਖਾਂ ਤੋਂ ਦਿਸਣੋਂ ਹਟ ਗਿਆ, ਅੰਧੇ ਹੋ ਗਏ। ਨੇੜੇ ਆ ਗਏ ਨੇ, ਹੁਣ ਫੜਨ ਤੇ ਤਾਂ ਜੇ ਦਿਸੇ ਕੁਛ ਤਾਂ ਅੱਖਾਂ ਦੀ ਜੋਤੀ ਚਲੀ ਗਈ, ਅੱਖਾਂ ਦੀ ਰੋਸ਼ਨੀ ਚਲੀ ਗਈ। ਹਾਂਜੀ। ਇਤੇ ਉਤ ਵਿਚਰਤ ਸੂਜਤ ਨਾਹੀ, ਤਿਨ ਕੋ ਦੇਖ ਪ੍ਰਭੂ ਬਿਗ ਸਾਹੀ। ਹੁਣ ਉਹ ਅੰਨੇ ਮਨੁੱਖ ਅੱਖਾਂ ਤੋਂ ਅੰਨੇ, ਕਦੇ ਇੱਧਰ ਇੱਕ ਦੂਜੇ 'ਚ ਵੱਜਦੇ ਨੇ, ਕਦੇ ਇੱਧਰ ਨੂੰ ਇੱਕ ਦੂਜੇ 'ਚ ਵੱਜਦੇ ਨੇ,
ਸਤਿਗੁਰੂ ਜੀ ਮੁਸਕਰਾਏ ਨੇ ਵੇਖ ਕੇ। ਹਾਂਜੀ। ਹਟ ਜਬ ਗਮਨੇ ਪਾਛਲ ਓਰਾ ਦੀਸਨ ਲਗਿਓ ਤਬੇ ਤਿਨ ਥੋਰਾ। ਅਖੀਰ ਉਹ ਜਦੋਂ ਪਿਛਾਂਹ ਮੁੜ ਗਏ ਫਿਰ ਉਹਨਾਂ ਨੂੰ ਹੌਲੀ ਹੌਲੀ ਦਿਸਣਾ ਸ਼ੁਰੂ ਹੋਇਆ, ਉਹਨਾਂ ਦੀ ਅੱਖਾਂ ਦੀ ਰੋਸ਼ਨੀ ਵਾਪਸ ਆਉਂਦੀ ਹੈ। ਹਾਂਜੀ। ਜਾਏ ਭੂਤ ਸੋ ਬਾਤ ਸੁਣਾਈ ਜਬ ਹਮ ਨਿਕਟ ਗਏ ਤਹ ਥਾਈ। ਤਦੋਂ ਫਿਰ ਉਹਨਾਂ ਨੇ ਆਪਣੇ ਰਾਜੇ ਰਾਖਸ਼ ਨੂੰ ਦੱਸਿਆ ਕਿ ਭਾਈ ਜਦੋਂ ਅਸੀਂ ਨੇੜੇ ਗਏ ਸਾਡਾ ਤੇ ਵੇਖਣ ਦਾ ਹੀ ਅੱਖਾਂ ਹੀ ਬੰਦ ਹੋ ਗਈਆਂ, ਅਸੀਂ ਤੇ ਬੜੀ ਮੁਸ਼ਕਲ ਪਿਛਾਂਹ ਮੁੜੇ ਆ ਤੇ ਅੱਖਾਂ ਦੀ ਰੋਸ਼ਨੀ ਵਾਪਸ ਆਈ ਹੈ ਤੇ ਤੁਹਾਡੇ ਕੋਲ ਪਹੁੰਚੇ ਆ। ਹਾਂਜੀ। ਦੇਖ ਰਹੇ ਤਬ ਨਹੀਂ ਦਿਸਾਨੇ ਹਟ ਆਏ ਚਲ ਕਨ ਬਿਸਮਾਨੇ। ਇਸ ਕਰਕੇ ਅਸੀਂ ਬੜੇ ਹੈਰਾਨ ਹੋ ਕੇ ਮੁੜੇ ਆ ਕਿ ਉੱਥੇ ਗਏ ਆ ਤੇ ਸਾਨੂੰ ਦਿਸਣੋਂ ਹੀ ਹਟ ਗਿਆ। ਅਸੀਂ ਵੇਖਦੇ ਸੀ, ਸਾਨੂੰ ਵਿਖਦੇ ਹੀ ਨਹੀਂ ਸਨ। ਹਾਂਜੀ। ਰਾਖਸ਼ ਰਾਏ ਕਹੇ ਰਿਸ ਬੈਨਾ ਤਹਾਂ ਜਾਏ ਕਿਆ ਭਾ ਤੁਮ ਨੈਨਾ। ਤਦੋਂ ਫਿਰ ਜਿਹੜਾ ਰਾਖਸ਼ਾਂ ਦਾ ਰਾਜਾ ਸੀ ਉਹ ਤੇ ਔਖਾ ਹੋ ਗਿਆ। ਅੰਨੇ ਹੋ ਤੁਸੀਂ, ਜੋ ਕੋਈ ਬੰਦਾ ਗੁੱਸੇ 'ਚ ਜੋ ਕੁਝ ਬੋਲ ਸਕਦਾ, ਕਵੀ ਜੀ ਨੇ ਲਿਖਿਆ ਵੀ ਬੜੇ ਕ੍ਰੋਧਿਤ ਹੋ ਕੇ ਉਹਨੇ ਇਹਨਾਂ ਨੂੰ ਝਿੜਕਿਆ ਵੀ ਐਡੀਆਂ ਐਡੀਆਂ ਤੁਹਾਨੂੰ ਅੱਖਾਂ ਨੇ ਤੁਹਾਡੇ ਕੋਲ ਤੇ ਤੁਹਾਨੂੰ ਤਿੰਨ ਬੰਦੇ ਨਹੀਂ ਨਜ਼ਰ ਆਏ, ਤੁਹਾਨੂੰ ਦਿਸੇ ਨਹੀਂ ਉੱਥੇ। ਹਾਂਜੀ। ਲੇਨ ਪਠੇ ਤੀਨੋ ਪੁਨ ਔਰੀ ਚੱਲ ਕਰ ਆਏ ਤੂਰਨ ਦੌਰੀ। ਉਸ ਰਾਖਸ਼ ਰਾਜੇ ਨੇ ਹੋਰ ਤਿੰਨ ਬੰਦਿਆਂ ਨੂੰ ਕਿਹਾ ਵੀ ਤੁਸੀਂ ਜਾਓ, ਜਦ ਤੁਸੀਂ ਫੜ ਕੇ ਲਿਆਓ ਕਿਤੇ ਬੰਦੇ ਭਾਜੀ ਨਾ ਜਾਣ। ਹੁਣ ਉਹ ਦੌੜ ਕੇ ਆਏ ਗੁਰੂ ਨਾਨਕ ਸਾਹਿਬ ਨੂੰ ਫੜਨ ਵਾਸਤੇ। ਹਾਂਜੀ। ਪ੍ਰਿਥਮਹਿ ਜਿਉ ਅੰਧੇ ਸੋ ਭਏ ਹਟ ਕਰ ਨ੍ਰਿਪਤ ਨਿਕਟ ਤਬ ਗਏ। ਉਹਨਾਂ ਨਾਲ ਵੀ ਉਹੀ ਕੁਝ ਹੋਇਆ, ਉਹ ਵੀ ਨੇੜੇ ਆਏ ਤੇ ਅੰਨੇ ਹੋ ਗਏ। ਅਖੀਰ ਵਾਪਸ ਮੁੜ ਗਏ, ਜਾ ਕੇ ਰਾਜੇ ਨੂੰ ਦੱਸਿਆ ਕਿ ਭਾਈ ਫੜੀਏ ਕੀ, ਉੱਥੇ ਜਦੋਂ ਪਹੁੰਚਦੇ ਆ ਤੇ ਦਿਸਣੋਂ ਹਟ ਜਾਂਦਾ, ਸਾਨੂੰ ਤਾਂ ਦਿਸਦਾ ਹੀ ਨਹੀਂ ਹੈ, ਅਸੀਂ ਅੰਧੇ ਹੋ ਜਾਂਦੇ ਆ। ਹਾਂਜੀ। ਕਹਿਣ ਲੱਗੇ ਸੁਣੀਐ ਅਵਨੀਪਾ ਨਹਿ ਦਿਸੇ ਜਬ ਜਾਏ ਸਮੀਪਾ। ਰਾਜਾ ਸਾਡਾ ਕਸੂਰ ਨਹੀਂ ਹੈ, ਅਸੀਂ ਕਮਜ਼ੋਰ ਨਹੀਂ ਹੈ ਕਿਸੇ ਗੱਲੋਂ, ਪਰ ਜਦੋਂ ਪਹੁੰਚਦੇ ਆ ਤੇ ਅੱਖਾਂ ਦੀ ਰੋਸ਼ਨੀ ਚਲੇ ਜਾਂਦੀ ਹੈ, ਸਾਡਾ ਕੀ ਕਸੂਰ ਹੈ। ਹਾਂਜੀ। ਹੋਏ ਦੂਰ ਜਬ ਦੇਤ ਦਿਖਾਈ ਅਚਰਜ ਹੀ ਕੁਛ ਲਖੀ ਨਾ ਜਾਈ। ਦੂਰੋਂ ਵੇਖਦੇ ਆ ਤੇ ਉਹ ਤਿੰਨੋਂ ਬੰਦੇ ਨਜ਼ਰ ਆਉਂਦੇ ਨੇ, ਨੇੜੇ ਜਾ ਕੇ ਵੇਖਦੇ ਆ ਤੇ ਨਜ਼ਰ ਤੋਂ ਹਟ ਜਾਂਦੇ ਨੇ। ਇਹ ਤਾਂ ਬੜੀ ਅਚਰਜਤ ਹੈ, ਬੜੀ ਹੈਰਾਨਗੀ ਹੈ। ਹਾਂਜੀ। ਸੁਣ ਭੂਪਤ ਮਤ ਹੋਵੇ ਬਿਸਮਾਏ ਤ੍ਰੈ ਰਾਖਸ਼ ਪੁਣ ਔਰ ਪਠਾਏ। ਰਾਜਾ ਵੀ ਬੜਾ ਹੈਰਾਨ ਹੋਇਆ, ਉਹਨੇ ਤਿੰਨ ਬੰਦੇ ਹੋਰ ਭੇਜੇ, ਕਹਿਣ ਲੱਗਾ ਤੁਸੀਂ ਜਾਓ ਭੱਜ ਕੇ ਬਈ, ਜੇ ਇਹ 6 ਅੰਨੇ ਨੇ ਤੇ ਤੁਸੀਂ ਤੇ ਅੱਖਾਂ ਵਾਲੇ ਹੋ, ਜਾਓ ਤਿੰਨਾਂ ਬੰਦਿਆਂ ਨੂੰ ਪਕੜ ਕੇ ਲੈ ਕੇ ਆਓ। ਹਾਂਜੀ। ਪੂਰਬ ਜਿਉ ਹੋਵੇ ਅੰਧ ਸਿਧਾਰੇ ਸਪਤਵਾਰ ਇਸ ਰੀਤ ਪਧਾਰੇ। ਉਹਨਾਂ ਤਿੰਨਾਂ ਨਾਲ ਵੀ ਉਹੀ ਕੁਝ ਵਾਪਰਿਆ ਤੇ ਕਵੀ ਜੀ ਇਸ ਕਥਾ ਨੂੰ ਸੰਕੋਚਦੇ ਨੇ, ਕਹਿੰਦੇ ਇੱਕ ਵਾਰੀ ਨਹੀਂ, 2 ਵਾਰੀ, 3 ਵਾਰੀ, 4 ਵਾਰੀ, 5, 6, 7 ਵਾਰੀ ਉਸ ਰਾਖਸ਼ ਰਾਜੇ ਨੇ ਬੰਦੇ ਭੇਜੇ। 3 ਬੰਦੇ ਭੇਜਦਾ, 7 ਵਾਰੀ ਉਹਨੇ ਕੋਸ਼ਿਸ਼ ਕੀਤੀ ਹੈ, ਪਰ 7 ਵਾਰੀ ਉਹੀ ਭਾਣਾ ਵਰਤਿਆ। ਜਦੋਂ ਨੇੜੇ ਆਉਂਦੇ ਨੇ ਤੇ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ। ਹਾਂਜੀ। ਅਚਰਜ ਰਾਖਸ਼ ਰਾਜੇ ਮਾਨਾ ਨਿਜ ਮੰਤਰੀ ਸੋ ਬਚਨ ਬਖਾਨਾ। ਰਾਜਾ ਜਿਹੜਾ ਸੀ ਬੜਾ ਹੈਰਾਨ ਹੋਇਆ। ਹੁਣ ਉਹ ਆਪਣੇ ਮੰਤਰੀ ਨੂੰ ਕਹਿੰਦਾ, ਆਪਣੇ ਵਜ਼ੀਰ ਨੂੰ ਕਹਿੰਦਾ ਵੀ ਇਹ ਕੀ ਹੋ ਰਿਹਾ ਹੈ, ਮੈਂ ਕੀ ਵੇਖ ਰਿਹਾ, ਕੀ ਸੁਣ ਰਿਹਾ, ਮੈਂ ਕਿਵੇਂ ਮੰਨ ਲਵਾਂ ਮੈਂ ਵੀ ਇਦਾਂ ਵੀ ਹੁੰਦਾ ਵੀ ਕਿਸੇ ਦੇ ਨੇੜੇ ਜਾਓਗੇ ਤੇ ਤੁਹਾਡੀ ਨਜ਼ਰ ਚਲੀ ਜਾਏਗੀ। ਹਾਂਜੀ। ਇਹ ਕਿਆ ਅਚਰਜ ਜਾਏ ਨਾ ਜਾਣਿਓ ਸਪਤਵਾਰ ਫਿਰ ਕਿਸੂ ਨਾ ਆਨਿਓ। ਮੰਤਰੀ ਗੱਲ ਕੀ ਹੈ, ਤੈਨੂੰ ਕੀ ਸਮਝ ਆਉਂਦੀ ਹੈ ਵੀ 1-2 ਵਾਰੀ ਕਹੀਏ ਵੀ ਚਲੋ ਬੰਦਿਆਂ ਨੇ ਆ ਕੇ ਝੂਠ ਬੋਲ ਦਿੱਤਾ, 7 ਵਾਰੀ 3-3 ਬੰਦੇ ਗਏ ਤੇ ਝੂਠ ਬੋਲਦੇ ਨੇ, ਤੈਨੂੰ ਕੀ ਲੱਗਦਾ, ਤੇਰੀ ਸਮਝ ਵਿੱਚ ਕੀ ਆਉਂਦਾ ਹੈ ਕਿ ਜੋ ਕੁਝ ਹੋ ਰਿਹਾ ਹੈ ਅਸਲ ਵਿੱਚ ਇਹ ਮਾਜਰਾ ਕੀ ਹੈ। ਰਾਖਸ਼ਾਂ ਦਾ ਰਾਜਾ ਆਪਣੇ ਰਾਖਸ਼ ਵਜ਼ੀਰ ਨੂੰ ਪੁੱਛਦਾ
ਹਾਂਜੀ। ਮੰਤਰੀ ਉਚਰੈ ਸੁਣੋ ਸ਼ਤੇਸਾ ਕਲਾਵਾਨ ਇਹ ਕੋ ਬੈਸਾ। ਅੱਗੋਂ ਮੰਤਰੀ ਕਹਿਣ ਲੱਗਾ ਜੀ ਮੈਨੂੰ ਤੇ ਇੱਕ ਗੱਲ ਸਮਝ ਆਉਂਦੀ ਹੈ, ਇਹਦਾ ਅਰਥ ਹੈ ਵੀ ਉਹ ਜਿਹੜਾ ਸਾਹਮਣੇ ਕੋਈ ਬੰਦਾ ਬੈਠਾ ਹੈ ਉਹ ਕੋਈ ਕਲਾਵਾਨ ਹੈ, ਕੋਈ ਸ਼ਕਤੀ ਵਾਲਾ ਹੈ, ਉਹਦੇ ਕੋਲੇ ਕੋਈ ਤਾਕਤ ਹੋਏਗੀ ਕਿ ਉਹ ਆਪਣੀ ਸ਼ਕਤੀ ਨਾਲ ਇਹਨਾਂ ਨੂੰ ਅੰਧੇ ਕਰ ਦਿੰਦਾ ਹੋਏਗਾ। ਮੰਤਰੀ ਨੇ ਆਪਣੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਰਾਖਸ਼ ਬੁੱਧੀ ਤੇ ਰਾਖਸ਼ ਜੂਨੀ ਤੇ ਰਾਖਸ਼ਾਂ ਵਾਲਾ ਸਰੀਰ ਤੇ ਕਿੱਥੋਂ ਉਹਨੂੰ ਕਿਸੇ ਅਕਲ ਦੀ ਗੱਲ ਸਮਝ ਆਵੇ। ਉਹ ਹੁਣ ਮੰਤਰੀ ਨੂੰ ਕਹਿੰਦਾ ਵੀ ਤੂੰ ਜਾ। ਅੱਜ ਕਥਾ ਦਾ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ ਅਗਲੀ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।